ਸਤਨਾਮ ਸ੍ਰੀ ਵਾਹਿਗੁਰੂ ਜੀ। ਬਹੁ ਸ਼ਾਸਤਰ ਬਹੁ ਸਿਮਰਤੀ, ਏਕੇ ਸਰਬ ਟੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸਦਾ ਕਾਲ ਲਿਵ ਰਹੇ, ਕਰਨ ਸਮਿਸ਼ਾ ਚਾਰੇ। ਤੁਮ ਸਪੂਰ ਜੋ ਖਵੇ ਕਸ ਬਿੰਬਲ ਵਿਚਾਰੇ। ਇਹ ਤਤ ਜਾਣਿਓ ਸਰਬ ਗਤ ਅਲਖ ਵਡਾਣੀ। ਸਹਿਜ ਭਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ। ਗੁਰ ਗਮ ਪ੍ਰਮਾਣ ਤੈ ਪਾਇਓ, ਹਰ ਪਰਸਿਓ ਕਲ ਸਮੁੱਲ ਵੈ। ਜਨ ਦਰਸ਼ਨ ਲੈਣੇ ਭਇਓ, ਦ੍ਰਿਟ ਤਰਤ ਤਮ ਹਰਨ ਦੈਨ ਅਗ ਪਾਪ ਪਰਨਾਸਨ। ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਨਾਸਨ। ਸਰਨ ਜਾਚਕ ਪ੍ਰਤਪਾਲਨ, ਆਤਮ ਰਤ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ। ਸਤਿਗੁਰੂ ਕਲ ਸਤਿਗੁਰ ਤਿਲਕ, ਸਤ ਲਾਗੇ ਸੋ ਪੈ ਤਰੇ। ਗੁਰ ਜਗਤ ਫਿਰਨ ਸ਼ੀ ਅੰਗਰੋ, ਰਾ ਲੈਣਾ ਕਰੇ। ਗੁਰ ਜਗਤ ਫਿਰਨ ਸ਼ੀ ਅੰਗਰੋ, ਰਾਜ ਜੋਗ ਲੈਣਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਆਪਾਂ ਜੀਵਨ ਗਾਥਾ ਆਰੰਭ ਕੀਤੀ ਹੋਈ ਆ, ਔਰ 5 ਭਾਗ ਅੱਗੇ ਆਪਾਂ ਸਾਂਝੇ ਕਰ ਚੁੱਕੇ ਆ ਕਿ ਕਿਸ ਤਰ੍ਹਾਂ ਉਹ ਭਾਈ ਜੋਧ ਜੀ ਦੇ ਕੋਲੋਂ ਗੁਰੂ ਕੀ ਬਾਣੀ ਸੁਣਦੇ ਨੇ, ਗੁਰੂ ਕੀ ਮਹਿਮਾ ਸੁਣਦੇ ਨੇ, ਸੰਗਤ ਵਿੱਚ ਬਹਿੰਦੇ ਨੇ ਤੇ ਬਾਣੀ ਦੇ ਨਾਲ ਉਹਨਾਂ ਦੀ ਲਿਵ ਲੱਗ ਗਈ, ਪਿਆਰ ਪੈ ਗਿਆ। ਤੇ ਪਿਆਰ ਜਿਹੜਾ ਫਿਰ ਕਿਸੇ ਮੰਜ਼ਿਲ ਤੇ ਲੈ ਜਾਂਦਾ ਭਾਈ। ਜਿਹੜੀ ਚੀਜ਼ ਪਿਆਰ ਨਾਲ ਕੀਤੀ ਜਾਵੇ ਉਹਦੇ 'ਚ ਕੁਝ ਹਾਸਲ ਵੀ ਹੋ ਜਾਂਦਾ ਹੈ, ਪ੍ਰਾਪਤੀ ਵੀ ਹੋ ਜਾਂਦੀ। ਉਹ ਫਿਰ ਖਡੂਰ ਸਾਹਿਬ ਦੀ ਧਰਤੀ ਤੋਂ ਕਰਤਾਰਪੁਰ ਸਾਹਿਬ ਆ ਜਾਂਦੇ ਨੇ। ਇੱਥੇ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ, ਮਰਦਾਂ ਵਾਲੀ ਘਾਲ ਘਾਲੀ ਤੇ ਕਬੂਲ ਪੈ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ। ਸਿੱਖਾਂ ਪੁੱਤਰਾਂ ਘੋਖ ਕੇ ਸਭ ਉਮਤ ਵੇਖੋ, ਜੇ ਕਿਉਂ ਜਾਂ ਸਦੋਸ਼ ਤਾਂ ਲੈਣਾ ਟਿਕਿਓ। ਬੜੀ ਵੱਡੀ ਸੇਵਾ ਕੀਤੀ ਧਰਮਸਾਲ ਦੀ ਸ਼੍ਰੀ ਲਹਿਣਾ ਜੀ ਨੇ। ਉਹ ਅੱਗੇ ਆਪਾਂ ਸਾਰਾ ਜ਼ਿਕਰ ਕਰ ਚੁੱਕੇ ਹਾਂ ਵੀ ਕਿਸ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕਾ ਇਸ਼ਨਾਨ ਕਰਾਉਣਾ, ਬਸਤਰ ਧੋਣੇ, ਧਰਮਸ਼ਾਲਾ ਸਾਫ਼ ਕਰ, ਪਾਣੀ ਤਿਆਰ ਕਰਨਾ, ਚੱਕੀ ਪੀਣੀ, ਗੁਰੂ ਨਾਨਕ ਸਾਹਿਬ ਨੂੰ ਕਿਸ ਤਰ੍ਹਾਂ ਉਹਨਾਂ ਨੇ ਸਾਰੀ ਰਾਤ ਪੱਖਾ ਚੱਲਣਾ। ਇਹ ਕਰੜੀ ਤੋਂ ਕਰੜੀ ਘਾਲਣਾ ਜਿਹੜੀ ਸੀ ਉਹ ਸ਼੍ਰੀ ਲਹਿਣਾ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਘਾਲਦੇ ਰਹੇ। ਇਹ ਸਾਰਾ ਜ਼ਿਕਰ ਆਪਾਂ ਅੱਗੇ ਕਰ ਚੁੱਕੇ ਹਾਂ।
ਤੇ ਤਰਤੀਬ ਆਪਾਂ ਚੱਲਣਾ ਸੀ, ਪਰ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਆ ਗਿਆ ਤੇ ਫਿਰ ਆਪਾਂ 2-3 ਦਿਨ ਫਿਰ ਉਸ ਆਪਾਂ ਸ਼ਹੀਦੀ ਪੁਰਬ ਤੇ ਲਾਏ। ਅੱਜ ਆਪਾਂ ਫਿਰ ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ 6ਵਾਂ ਭਾਗ ਜੀਵਨ ਗਾਥਾ, ਉਹਨਾਂ ਦੀ 5 ਭਾਗ ਆਪਾਂ ਪਹਿਲਾਂ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ। ਕਿਉਂਕਿ ਬਾਕੀ ਗੁਰੂਆਂ ਦੇ ਬਾਰੇ ਆਪਾਂ ਪੜ੍ਹਦੇ ਹਾਂ, ਲਿਖਦੇ ਹਾਂ, ਪਰ ਨਾ ਤੇ ਬਹੁਤਾ ਲਿਖਿਆ ਹੀ ਗਿਆ ਤੇ ਨਾ ਬਹੁਤਾ ਸੰਗਤਾਂ ਨੂੰ ਸੁਣਾਇਆ ਹੀ ਗਿਆ। ਕਿਉਂਕਿ ਇਹ ਜਿਹੜੀ ਪੰਜਾਬ ਦੀ ਧਰਤੀ ਆ ਨਾ, ਜਾਂ ਕਿ ਸਿੱਖ ਕੌਮ ਜਿਹੜੀ ਆ, ਇਹ ਬਹੁਤੀਆਂ ਲੜਾਈ ਚੜਾਈ ਦੀਆਂ ਗੱਲਾਂ ਸੁਣ ਕੇ ਤੇ ਕਰਕੇ ਬੜੀ ਖੁਸ਼ ਹੁੰਦੀ ਆ। ਇਹ ਪੰਜਾਬ ਦੀ ਮਿੱਟੀ ਇਸ ਤਰ੍ਹਾਂ ਦੀ ਆ। ਇਹਨਾਂ ਨੂੰ ਕਹੋ ਵੀ ਗੁਟਕੇ ਲੈ ਕੇ ਬਹਿਣਾ, ਸੁਖਮਨੀ ਸਾਹਿਬ ਦਾ ਪਾਠ ਕਰਨਾ, ਥੋੜ੍ਹੇ ਆਉਣਗੇ, ਤੇ ਸੋਧਾ ਲਾਉਣ ਜਾਣਾ, ਡੰਡੇ ਲੈ ਕੇ ਆਓ, ਫਿਰ ਸਾਰੇ ਹੀ ਆ ਜਾਂਦੇ ਆ। ਇੱਥੋਂ ਦਾ ਇਹ ਵਾਤਾਵਰਨ ਆ ਪੰਜਾਬ ਦਾ, ਸਾਡਾ ਕਲਚਰ ਹੀ ਕਹਿ ਲਓ। ਉਹ ਫਿਰ ਗੁਰੂ ਅੰਗਦ ਸੱਚੇ ਪਾਤਸ਼ਾਹ ਮਹਾਰਾਜ ਦਾ ਇੱਕ ਭੱਟਾ ਨੇ ਗੱਲ ਲਿਖੀ ਆ, ਮਾਫ ਕਰਨਾ, ਸੱਤੇ ਭੱਟ ਨੇ ਲਿਖੀ, ਕਾਲ ਸਹਾਰ। ਉਹ ਕਹਿੰਦੇ ਫਿਰ ਜਦੋਂ ਉੱਥੇ ਸਖਤ ਘਾਲਣਾ ਘਾਲੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਫਿਰ ਗੁਰ ਗੰਮ ਪ੍ਰਮਾਣ ਤੈਂ ਪਾਇਓ, ਸਤ ਸੰਤੋਖ ਗਰਾਜ ਲਿਓ, ਹਰ ਪਰਸਿਓ ਕਲ ਸਮੁੱਲਵੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣੇ ਬਰਾਬਰ ਹੀ ਕਰ ਦਿੱਤਾ ਸਿੱਖ ਨੂੰ। ਗੁਰਗੰਮ ਪ੍ਰਮਾਣ ਤੈਂ ਪਾਇਓ, ਗੰਮ ਮੈਨੇ ਬਰਾਬਰ। ਜਿੱਥੋਂ ਤੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਲੈਣਾ ਜੀਦੀ, ਉੱਥੇ ਤੱਕ ਹੋ ਗਈ। ਕਰਤਾਰਪੁਰ ਰਹਿੰਦਿਆਂ ਗੁਰਗੰਮ ਪ੍ਰਮਾਣ ਤੈਂ ਪਾਇਓ, ਸਰ ਸੰਤੋਖ ਗਰਾਜ ਲਿਓ, ਹਰ ਪਰਸਿਓ ਕਲ ਸਮੁੱਲਵੈ। ਸਮੁੱਲਵੇ ਮੈਨੇ ਬਾਂਹ ਖੜੀ ਕਰਕੇ ਆਵਾਜ਼ ਮਾਰਨੀ, ਜਿਸ ਤਰ੍ਹਾਂ ਮੱਖਣ ਸ਼ਾਹ ਲਵਾਣਾ ਜੀ ਨੇ ਆਪਣਾ ਬਾਬਾ ਬਕਾਲਾ ਸਾਹਿਬ ਗੁਰੂ ਲਾਧੋ ਰੇ ਰੌਲਾ ਪਾਤਾ ਨਾ ਕੋਠੇ ਉੱਤੇ, ਤੇ ਕਲ ਸਹਾਰ ਜੀ ਕਹਿੰਦੇ ਨੇ ਮਮੀ ਰੌਲਾ ਪਾ ਰਿਆਂ ਲੋਕੋ, ਹਰ ਪਰਸਿਓ ਕਲ ਸਮੁੱਲਵੈ। ਮੈਨੂੰ ਤੇ ਗੁਰੂ ਅੰਗਦ ਸੱਚੇ ਪਾਤਸ਼ਾਹ ਹਰੀ ਦਾ ਰੂਪ ਦਿਖੇ ਨੇ, ਮੈਨੂੰ ਤੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਵਿੱਚੋਂ ਰੱਬ ਦਾ ਦਰਸ਼ਨ ਹੋ ਗਿਆ ਹੈ। ਹਰ ਪਰਸਿਓ ਕਲ ਸਮੁੱਲਵੈ, ਸਮੁੱਲਵੇ ਮੈਨੇ ਉੱਚੀ ਬਾਂਹ ਖੜੀ ਕਰਕੇ ਰੌਲੀ ਪਾਉਣੀ, ਜਿਹਨੂੰ ਕਹਿੰਦੇ ਰਾਮ ਕੀ ਦੁਹਾਈ, ਦੁਹਾਈ ਪਾ ਦੇਣੀ, ਰੌਲੀ ਪਾ ਦੇਣੀ। ਸਮੁੱਲਵੇ ਕਹਿ ਲਓ ਅਰਥ ਇੱਕ ਹੀ ਆ। ਹਰ ਪਰਸੇ ਕਲ ਸਮੁੱਲਵੇ, ਜਨ ਦਰਸ਼ਨ ਲੈਣੇ ਪਇਓ। ਹਰੀ ਦਾ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਗੁਰੂ ਅੰਗਦ ਸਾਹਿਬ ਜੀ ਦਾ ਦਰਸ਼ਨ ਕਰ ਲਓ। ਮੈਂ ਕਿਹਾ ਉਹਨਾਂ ਦਾ ਜੀਵਨ ਜਿਹੜਾ ਇਤਿਹਾਸ ਨੇ ਕੋਈ ਬਹੁਤਾ ਨਹੀਂ ਲਿਖਿਆ, ਪਰ ਸੱਤੇ ਤੇ ਬਲਵੰਡ ਜੀ ਨੇ, ਗੁਰੂ ਘਰ ਕੇ ਰਬਾਬੀਆਂ ਨੇ, ਔਰ ਕਲ ਸਹਾਰ ਭੱਟ ਜੀ ਨੇ ਬੜਾ ਲੰਮਾ ਵਿਸਥਾਰ ਕੀਤਾ ਗੁਰਬਾਣੀ ਵਿੱਚ ਉਹਨਾਂ ਦਾ। ਉਹ ਕਹਿੰਦੇ ਨੇ ਜਗਤ ਫਿਰ ਨਸ਼ੀ ਅੰਗਰੋ, ਰਾਜ ਜੋਗ ਲੈਣਾ ਕਰੇ। ਉਹ ਜਿਹੜੀ ਸਖਤ ਘਾਲਣਾ ਘਾਲੀ ਉੱਥੇ ਕਰਤਾਰਪੁਰ, ਸਾਡੇ ਰਾਗੀਆਂ ਆਪਣੇ ਪ੍ਰਚਾਰਕਾਂ ਨੇ ਇਹੋ ਕਿਹਾ ਵੀ ਝੋਨਾ ਲਾਤਾ ਜੀ, ਕਣਕ ਲਾਤੀ। ਨਹੀਂ, ਉਹ ਘਾਲਣਾ ਕੋਈ ਧਰਮ ਦੀ ਘਾਲਣਾ ਸੀ, ਕੋਈ ਅੰਦਰ ਦੀ ਘਾਲਣਾ ਸੀ। ਉਹ ਜਿਹੜਾ ਅੰਦਰ ਦੀ ਕਮਾਈ ਸੀ, ਸ਼ਬਦ ਕਮਾਇਓ ਪਰਮ ਪਦ ਪਾਇਓ। ਉਹ ਨਹੀਂ ਸੀ ਕਣਕਾਂ ਵੱਡੀਆਂ ਤੇ ਭਰੀਆਂ ਲਾਈਆਂ ਜਿੱਦਾਂ ਅੱਜ ਕੱਲ੍ਹ ਦੇ ਗੁਰੂ ਕਰਦੇ ਨੇ, ਕਮਾਦ ਬੀਜੀ ਜਾਂਦੇ ਨੇ, ਦਰਿਆਵਾਂ ਵਿੱਚ ਮਿੱਟੀ ਸੁੱਟ ਜਾਂਦੇ ਨੇ। ਇਹ ਗੁਰੂਆਂ ਦਾ ਕੰਮ ਆ, ਚੇਲੇ ਐਸਾ ਕਰ ਰਹੇ ਨੇ। ਇਹ ਸਮਾਜ ਕਿੱਧਰ ਨੂੰ ਤੁਰ ਗਿਆ। ਜਿਨ ਸ਼ਬਦ ਕਮਾਇਓ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋੜਿਓ ਪਾਸ। ਉੱਥੇ ਕਰਤਾਰਪੁਰ ਅੰਦਰ ਦੀ ਕਮਾਈ ਕੀਤੀ ਆ, ਸ਼ਬਦ ਕਮਾਇਆ ਵਾ, ਤੇ ਦੂਜਾ ਗੁਰੂ ਨਾਨਕ ਸਾਹਿਬ ਦੀ ਸੇਵਾ ਨਹੀਂ ਛੱਡੀ। ਜਿਸ ਤਰ੍ਹਾਂ ਖਡੂਰ ਸਾਹਿਬ ਦੀ ਧਰਤੀ ਉੱਤੇ ਮਾਤਾ ਖੀਵੀ ਨੇ ਘਾਲਣਾ ਘਾਲੀ। ਮੈਂ ਉਦੋਂ ਨੂੰ ਕਹਿਣਾ ਪਿਆ, ਇਹੋ ਜਿਹੀਆਂ ਇਸਤਰੀਆਂ ਕਦੀ ਕਦੀ ਧਰਤੀ ਉੱਤੇ ਆਉਂਦੀਆਂ ਨੇ, ਸੰਜਮ ਵਾਲੀਆਂ।
ਜਿਹਦਾ ਬਾਰ-ਬਾਰ ਗੁਰਬਾਣੀ ਨੇ 2 ਵਾਰੀ ਨਾਲ ਲਿਖਿਆ ਗੁਰਬਾਣੀ ਵਿੱਚ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਪ ਤਰਾਲੀ, ਲੰਗਰ ਦੌਲਤ ਵੰਡੀਏ। ਮਾਤਾ ਖੀਵੀ ਜੀ ਲੰਗਰ ਵਰਤਾਉਂਦੇ ਸੀ। ਗੁਰੂ ਅੰਗਦ ਸਾਹਿਬ ਸ਼ਬਦ ਦਾ ਲੰਗਰ ਲਾਉਂਦੇ ਸੀ ਤੇ ਮਾਤਾ ਖੀਵੀ ਜੀ ਬਾਹਰ ਲਿਆ ਲੰਗਰ ਲਾਉਂਦੇ ਸੀ, ਜਿਸ ਤਰ੍ਹਾਂ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ। ਪਿੱਛੇ ਜਿਹੜੀ ਤਸਵੀਰ ਲੱਗੀ ਆ, ਅੱਜ ਸਾਡੀ ਕੌਮ ਲੱਗੀ ਆ। ਨਹੀਂ ਇਹਦਾ ਬੋਲਬਾਲਾ ਲੰਗਰ ਦਾ ਨਹੀਂ ਚਾਹੀਦਾ ਧਰਮ ਦੇ ਵਿੱਚ। ਉਹ ਕਹਿੰਦੇ ਨੇ ਕੱਲ ਸਹਾਰ ਜੀ ਕਹਿੰਦੇ ਨੇ, ਜਗਤ ਫਿਰਨ ਸੀ ਅੰਗਰੋ। ਉਹ ਜਦੋਂ ਘਾਲਣਾ ਘਾਲੀ ਤੇ ਫਿਰ ਉਹਨਾਂ ਨੇ ਕਿਹਾ ਇਹ ਘਾਲ ਜਿਹੜਾ ਸੀ ਕਮਜ਼ੋਰ ਬੰਦਾ ਨਹੀਂ ਸੀ ਗੁਰੂ ਨਾਨਕ ਸਾਹਿਬ ਦੇ ਅੱਗੇ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਤੁਹਾਡੇ ਪਾਸ। ਉਹ ਫਿਰ ਜਦੋਂ ਘਾਲਣਾ ਘਾਲੀ ਤੇ ਗੁਰਗੰਮ ਪ੍ਰਮਾਣ ਪਾਇਓ। ਫਿਰ ਗੁਰੂ ਨਾਨਕ ਸਾਹਿਬ ਦੇ ਜਿੱਥੋਂ ਤੱਕ ਪਹੁੰਚ ਸੀ ਨਾ ਸ਼੍ਰੀ ਲਹਿਣਾ ਜੀ ਦੀ, ਉੱਥੋਂ ਤੱਕ ਹੋ ਗਈ। ਤੇ ਗੁਰ ਜਗਤ ਫਿਰਨ ਸੀ ਅੰਗਰੋ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਸ਼ੇਰ ਪੁੱਤਰ ਨੇ ਗੁਰੂ ਨਾਨਕ ਸਾਹਿਬ ਦੇ, ਜਾਂ ਆਪਣੇ ਗੁਰ ਜਗਤ ਫਿਰਨ ਕਹਿੰਦੇ ਨੇ ਫੇਰੂ ਮਲ ਦੇ। ਗੁਰੂ ਅੰਗਦ ਸਾਹਿਬ ਸ਼ੇਰ ਨੇ, ਕਮਜ਼ੋਰ ਨਹੀਂ ਹੈ। ਕਿਉਂਕਿ ਜਿੱਥੇ ਉਹ ਘਾਲਣਾ ਘਾਲ ਰਹੇ ਨੇ ਉਹ ਬੜਾ ਸਖਤ ਕੰਮ ਕਰਤਾਰਪੁਰ। ਉੱਥੇ ਕੋਈ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਉੱਥੇ ਕੋਈ ਝੂਠਾ ਟਿਕਣ ਵਾਲਾ ਨਹੀਂ ਹੈ। ਤੇ ਗੁਰ ਜਗਤ ਫਿਰਨ ਸੀ ਕਹਿੰਦੇ ਨੇ ਸ਼ੇਰ ਨੂੰ। ਸ਼ੇਰ ਪੁੱਤਰ ਸ਼੍ਰੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਲੈ ਆਪਣੇ ਫੇਰੂ ਮਲ ਦੇ। ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ। ਆ ਕਈ ਕਹਿੰਦੇ ਮੀਰੀ ਪੀਰੀ ਛੇਵੇਂ ਪਾਤਸ਼ਾਹ ਤੋਂ ਚੱਲੀ। ਨਹੀਂ, ਬਾਣੀ ਤਾਂ ਨਹੀਂ ਮੰਨਦੀ। ਬਾਣੀ ਤਾਂ ਕਹਿ ਰਹੀ ਹੈ ਕਿ ਰਾਜ ਜੋਗ, ਰਾਜ ਮੈਨੇ ਮੀਰੀ ਤੇ ਜੋਗ ਮੈਨੇ ਪੀਰੀ। ਰਾਜ ਜੋਗ ਲੈਣਾ ਕਰੇ, ਰਾਜ ਜੋਗ ਲੈਣਾ ਕਰੇ। ਸ਼੍ਰੀ ਲਹਿਣਾ ਜੀ ਨੂੰ ਰਾਜ ਅਤੇ ਜੋਗ ਬਖਸ਼ਿਆ ਗੁਰੂ ਨਾਨਕ ਸਾਹਿਬ ਨੇ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਜੇ ਨਾਨਕ ਰਾਜ ਚਲਾਇਆ ਸਤਕੋਟ ਸਤਾਣੀ ਨੀਮ ਦੇ। ਜੇ ਰਾਜ ਚਲਾਇਆ ਗੁਰੂ ਨਾਨਕ ਸਾਹਿਬ ਨੇ ਤੇ ਰਾਜਿਆਂ ਦੇ ਖਜ਼ਾਨੇ ਹੁੰਦੇ ਨੇ। ਤੇ ਗੁਰੂ ਕੋ ਬਹੁਤ ਵੱਡਾ ਨਾਮ ਦਾ ਖਜ਼ਾਨਾ ਹੁੰਦਾ ਹੈ। ਬੜੀਆਂ ਰਹਿਮਤਾਂ ਉਹ ਆਪਣੀਆਂ ਸਿੱਖ ਸੰਗਤਾਂ ਉੱਤੇ ਕਰਦੇ ਨੇ। ਉਹਨਾਂ ਕੋਲ ਕਰਾਮਾਤਾਂ ਦਾ ਖਜ਼ਾਨਾ ਹੁੰਦਾ ਹੈ। ਇਸ ਕਰਕੇ ਗੁਰੂ ਨੂੰ ਵੀ ਬਾਦਸ਼ਾਹ ਕਿਹਾ ਜਾਂਦਾ ਹੈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਗੁਰ ਜਗਤ ਫਿਰਨ ਸੀ ਅੰਗਰੋ ਰਾਜ ਜੋਗ। ਰਾਜ ਮੈਨੇ ਮੀਰੀ ਤੇ ਜੋਗ ਮੈਨੇ ਪੀਰੀ। ਗੁਰੂ ਨਾਨਕ ਸਾਹਿਬ ਨੇ ਸ਼੍ਰੀ ਲਹਿਣਾ ਜੀ ਨੂੰ ਮੀਰੀ ਅਤੇ ਪੀਰੀ ਬਖਸ਼ੀ। ਸਭ ਖਜ਼ਾਨਿਆਂ ਦਾ ਮਾਲਕ ਬਾਦਸ਼ਾਹ ਖਜ਼ਾਨਿਆਂ ਦੇ ਮਾਲਕ ਹੁੰਦੇ ਨੇ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਈ ਮਾਲਕ ਨਹੀਂ ਸਨ ਕਿਸੇ ਚੀਜ਼ ਦੇ। ਉਹ ਕਿਹੜੇ ਖਜ਼ਾਨੇ ਸਨ ਉਹ ਵੀ ਬਾਣੀ 'ਚ ਲਿਖਿਆ ਹੈ। ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਲੱਭ ਵਣਾਹੇ ਮਾਨ ਸਾਂਝੋਂ ਪਾਣੀ ਬੂਰ। ਵਰਿਆ ਦਰਗੇ ਗੁਰੂ ਕੀ ਕੁਦਰਤੀ ਨੂਰ। ਉਹ ਫਿਰ ਰਾਜ ਜੋਗ ਲੈਣਾ ਕਰੇ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਦਰ ਤੋਂ ਫਿਰ ਬਖਸ਼ਾਂ ਲੈ ਕੇ ਉਹ ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ। ਖਡੂਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਨੇ। ਤੇ ਜਿੱਥੋਂ ਅੱਜ ਸਾਡਾ ਬੋਲਣ ਦਾ ਸਾਡਾ ਵਿਸ਼ਾ ਸੀ ਵੀ ਗੁਰੂ ਨਾਨਕ ਸਾਹਿਬ ਦੇ ਕੋਲੋਂ ਉਹਨਾਂ ਨੇ ਇੱਕ ਕੀਮਤੀ ਖਜ਼ਾਨਾ ਲਿਆਂਦਾ ਬਾਣੀ ਦਾ। ਉਹ ਕਿਵੇਂ ਗਾਂ ਸੰਗਤਾਂ ਨੂੰ ਵੰਡਿਆ, ਅੱਜ ਇਸ ਵਿਸ਼ੇ ਤੇ ਅਸੀਂ ਬੋਲਣਾ। ਕਿਉਂਕਿ ਸਿੱਖ ਧਰਮ ਦੀ ਬੁਨਿਆਦ ਗੁਰਬਾਣੀ ਹੈ।
मैं सतगुर सेती पिरहड़ी क्यों गुरबिन जीवा माओ। मैं गुरबाणी आधार है गुरबाणी लाग रहा हूं। कल भी मैं वो कोई वेख रहा सी, कोई दूसरी बीबी कोई कथा पई कर दी आ ते कहंदे पिता हमारे प्रगटे मांझ पिता पूत मिल कीनी सांझ। बेअकली नूं बाणी सुध उचाਰਨ आउंदी है। अर्थ भाव ਦਾ ਹੀ ਪਤਾ ਤੇ ਉਹ ਸਾਡੇ ਧਰਮ ਨੂੰ ਤੇ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਪਈ ਕਰਦੀ ਆ। ਸਿੱਖ ਕੌਮ ਕਿੱਥੇ ਸੌਂਗੀ? ਤੁਸੀਂ ਵਰਤਾਓ ਸੜਕਾਂ ਤੇ ਲੰਗਰ, ਤੁਸੀਂ ਕਰੋ ਲੰਗਰਾਂ ਦੀ ਪੂਜਾ। ਉਹ ਤੁਹਾਡੀਆਂ ਜੜ੍ਹਾਂ 'ਚ ਬੈਠੇ ਹੋਏ ਲੋਕ ਨੇ। ਉਹ ਫਿਰ ਉਹ ਕਹਿ ਰਹੀ ਆ ਵੀ ਆ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਈਸਾ ਜੀ ਦੀ ਵਡਿਆਈ ਲਿਖੀ ਆ। ਇਹੋ ਜਿਹੇ ਲੋਕਾਂ ਨੂੰ ਕੀ ਹੁਣ ਕਹੀਏ? ਅਸੀਂ ਕਿਸੇ ਧਰਮ ਨੂੰ ਨਹੀਂ ਮਾੜਾ ਕਹਿੰਦੇ, ਪਰ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਰਥ ਹੀ ਗਲਤ ਕਰੀ ਜਾਵੇ ਤੇ ਲੋਕਾਂ ਨੂੰ ਗੁੰਮਰਾਹ ਕਰੀ ਜਾਵੇ। ਉਹ ਪੰਜਾਬ ਦੀ ਧਰਤੀ ਉੱਤੇ ਜਿਹਨੂੰ ਅਸੀਂ ਕਹਿੰਦੇ ਪੰਜਾਬ ਜਿੰਦਾ ਗੁਰਾਂ ਦੇ ਨਾਮ ਤੇ, ਉਸ ਧਰਤੀ ਉੱਤੇ ਹੀ ਕੋਈ ਆਣ ਕੇ ਅਨਮਤੀਆ ਕਬਜ਼ੇ ਕਰ ਲੇ ਸਾਡੇ ਧਰਮ ਉੱਤੇ, ਕੋਈ ਗੁਰਬਾਣੀ ਦੀ ਗਲਤ ਵਿਆਖਿਆ ਕਰੇ। ਉਹ ਕੱਲ ਦੀ ਅਜੇ ਆਈ ਉਹਦੀ ਵੀਡੀਓ ਇੱਕ ਬੇਅਕਲੀ ਦੀ, ईसाई धर्म की कोई बीबी है, वो तुलना कर रही है भी गुरु ग्रंथ साहिब ईसा जी की वडियाई लिखी है। नहीं 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 नहीं, ऐसा नहीं है। कोई तुक नहीं है साडे धर्म के अंदर उन्होंने पीर की कोई गुरु की वडियाई के बारे, कोई तो है ही नहीं है। खैर वो फिर करतारपुर साहब तो जो खडूर साहब आते हैं तो फिर इत्थे आण के फिर सब तो पहला की करते हैं, कहन लगे भी असीं हुण थोड़ा जिहा चिर अंदर टिकना है। कारण ये भी भट्टा ने लिखिया, माफ करना भट्टा ने लिखिया, सदा अकाल लिव रहे करन सो इच्छा चारे। एक हुंदा नाम जपना, कथा करनी, कीर्तन सुनना, ये साधना वा मन नूं टिकाउण दे, मन नूं इकागर करन दे। ये तरीके ने, पाठ पढ़ो, कीर्तन करो, कथा सुनो, कथा करो, गुरु की सेवा करो, संगत विच बैठो। ये तरीके ने मन नूं टिकाउण दे। ते जिद्दन मन टिक जांदा ना, फिर ये साधना दी लोड़ नहीं रहिंदी। ਉਹ ਫਿਰ ਗੁਰੂ ਅੰਗਦ ਸੱਚੇ ਪਾਤਸ਼ਾਹ ਫਿਰ ਉਹਨੂੰ ਕਹਿੰਦੇ ਵੀ ਅਸੀਂ ਅੰਦਰ ਬਹਿਣਾ, ਤੇ ਅੰਦਰ ਬਹਿਣ ਦਾ ਕੀ ਮਤਲਬ ਸੀ ਉਹਨਾਂ ਦਾ? ਜਿਸ ਤਰ੍ਹਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਾਸਰ ਕੇ ਆਣ ਕੇ ਲੁਕ ਗਏ, ਗੁਰੂ ਤੇਗ ਬਹਾਦਰ ਬੜਾ ਸਮਾਂ ਇਕਾਂਤ ਵਿੱਚ ਰਹੇ, ਇਹ ਗੁਰੂ ਨਾਨਕ ਸਾਹਿਬ ਥਾਂ ਥਾਂ ਤੇ ਜਾ ਕੇ ਬਹਿੰਦੇ ਰਹੇ ਇਕਾਂਤ ਜਗ੍ਹਾ ਤੇ। ਉਹ ਜਿਹੜੀ ਤੁਸੀਂ ਸਾਖੀ ਸੁਣਦੇ ਹੋ ਨਾ ਵੀ ਵੇਈ ਨਦੀ ਵਿੱਚ ਪ੍ਰਵੇਸ਼ ਕੀਤਾ ਤੇ ਸੱਚਖੰਡ ਨੂੰ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਦੀ ਧਰਤੀ ਤੋਂ ਚਲ ਗਏ, ਕਦੀ ਨਦੀਆਂ ਵਿੱਚ ਚੁੰਬੀਆਂ ਮਾਰਿਆ ਸੱਚਖੰਡ ਨਹੀਂ ਆਉਂਦੇ। ਉਹ ਜੇ ਸਾਖੀਕਾਰ ਨੇ ਜਿਸ ਨੇ ਉਹ ਸਾਖੀ ਘੜੀ ਹੈ ਨਾ, ਉਹਦੇ ਵਿੱਚ ਪਿੱਛੇ ਕੋਈ ਰਹੱਸ ਵਾ। ਉਹ ਸਾਖੀ ਗਲਤ ਹੈ ਜਾਂ ਨਹੀਂ ਗਲਤ, ਉਹਦੇ ਬਾਰੇ ਕਹਿਣਾ ਚਾਹਣਾ ਵੀ ਇਹ ਇੱਕ ਸੱਚਾਈ ਆ ਵੀ ਜਿੰਨਾ ਚਿਰ ਤੁਸੀਂ ਚੁੱਭੀ ਮਾਰ ਕੇ ਅਗਲੇ ਪਾਸੇ ਨਹੀਂ ਨਾ ਜਾਂਦੇ, पार जाना चाहे सब कोई रहे उर्वार पार ना होई। किसी महापुरख ने दो गल्लां लिखियां सी भी पार जाना चाहे सब कोई। सब दी इच्छा हुंदी कि मैनू मुक्ति मिल जे, मन तो खलासी मिल जे, मेरा मन बाणी ना जुड़ जे, गुरु की कीर्तन ना जुड़ जे, पर जुड़दा नहीं है। पार जाना चाहे सब कोई रहे उर्वार पार ना होई। उरे दे उरे ही रह जाते सारे, पार जाते ही नहीं है। मैं कह रहा सी भी जिन्ना चिर बंदा पार नहीं ना जाता, नदी लंघ के सचखंड आउंदा नहीं है। ये साखी आ जिहड़ी वेई नदी दी है। ये काली नदी आ, ਇਹਦੇ ਵਿੱਚ ਦਾ ਨਾ ਉਹ ਕਾਲਾ ਹੀ ਹੈ। ਈਰਖਾ ਕਰੋ ਨਾਮਾ ਇੱਕ ਮੁਕਾਲ ਇੱਕ
ਵੇਰਵਾ ਕੱਢਿਆ ਕਿਸੇ ਨੇ ਵੀ ਮਨ ਦੇ ਵਿੱਚੋਂ ਕੋਈ 50-60 ਹਜ਼ਾਰ ਰੋਜ਼ ਜਿਹੜੇ ਫੁਰਨੇ ਨੇ ਉਹ ਪਾਸ ਹੁੰਦੇ ਨੇ, ਆਈ ਜਾਂਦੇ ਨੇ ਤੁਰੀ ਜਾਂਦੇ ਨੇ, ਆਈ ਜਾਂਦੇ ਨੇ ਤੁਰੀ ਜਾਂਦੇ ਨੇ। ਆ ਪਿੱਛੇ ਜੇ ਇੱਕ ਨੇ ਵੇਰਵਾ ਦਿੱਤਾ ਸੀ ਵੀ ਦਿੱਲੀ ਦੇ ਵਿੱਚੋਂ ਕੋਈ 2.5 ਲੱਖ ਰੋਜ਼ ਦਾ ਟਰੱਕ ਪਾਸ ਹੁੰਦਾ ਹੈ ਇੱਕ ਸ਼ਹਿਰ ਦੇ ਵਿੱਚੋਂ ਦੀ, ਦਿੱਲੀ ਸ਼ਹਿਰ ਦੇ ਵਿੱਚੋਂ ਦੀ 2.5 ਲੱਖ ਰੋਜ਼ ਦਾ ਟਰੱਕ ਪਾਸ ਹੋ ਜਾਂਦਾ ਹੈ। ਇਹ ਜਿਹੜਾ ਸਾਡਾ ਮਨ ਵਾ ਨਾ, ਇਹ 'ਚੋਂ 50-60 ਹਜ਼ਾਰ ਫੁਰਨੇ ਰੋਜ਼ ਦੇ ਪਾਸ ਹੋ ਜਾਂਦੇ ਨੇ, ਅੱਗੇ ਲੰਘੀ ਜਾਂਦੇ ਨੇ, ਤੁਰੇ ਆਉਂਦੇ ਨੇ, ਅੱਗੇ ਲੰਘੀ ਜਾਂਦੇ ਨੇ। ਇਹ ਆਪੋ ਆਪਣੀ ਭਾਅ ਕੀ ਆ, ਕਿਸੇ ਨੂੰ 50,000 ਆ ਸਕਦੇ ਨੇ, ਕਿਸੇ ਨੂੰ 20,000 ਵੀ ਆ ਸਕਦੇ ਨੇ, ਕਿਸੇ ਨੂੰ 60-70-80 ਲੱਖ ਵੀ ਆ ਸਕਦਾ। ਇਹ ਆਪੋ ਆਪਣੀ ਮਨ ਦੇ 'ਚ ਫੁਰਨੇ ਤੁਰੇ ਜਾਂਦੇ ਨੇ। ਤੇ ਇਹ ਕੀ ਇੱਕ ਨਦੀ ਵਗ ਰਹੀ ਹੈ, ਤੇ ਹੈ ਵੀ ਕਾਲੀ ਨਦੀ ਹੈ। ਇਹ ਕੋਈ ਪਾਣੀ ਸਾਫ਼ ਨਹੀਂ ਆ ਜਿਹੜਾ ਸਾਡੇ ਮਨ ਦੇ ਵਿੱਚ ਵਗਦਾ ਨਾ। ਇਹ ਸਾਡਾ ਮਨ ਇੱਕ ਨਦੀ ਆ। ਹਾਲਾਂਕਿ ਬਾਣੀ ਨੇ ਤੇ ਵੀ ਕਿਹਾ ਵੀ 4 ਨਦੀਆਂ ਸਾਰੇ ਸਾਡੇ ਸਰੀਰ ਦੇ ਅੰਦਰ 4 ਨਦੀਆਂ ਵਗਦੀਆਂ ਵਾ, ਤੇ ਚਾਰੇ ਅੱਗ ਦੀਆਂ ਵਗਦੀਆਂ ਨੇ। 4 ਨਦੀਆਂ ਅਗਨੀ ਤਨ ਚਾਰੇ, ਉਹ ਅੱਗ ਦੀਆਂ ਵਗਦੀਆਂ ਨੇ। ਉਹ ਕਿਹੜੀਆਂ ਨੇ? ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਪਵੇ ਦੱਜੇ ਨਾਨਕਾ ਤਰੀਏ ਕਰ। ਹੰਸ ਹਿੰਸਾ ਕਰਨੀ, ਜੀਵਾਂ ਨੂੰ ਮਾਰਨਾ, ਇਹ ਅਸੰਖ ਪਾਪੀ ਗਲ ਵੱਢ ਹੱਤਿਆ ਕਮਾਈ, ਗਲ ਵੱਢ ਕੇ ਹੱਤਿਆ ਕਮਾਉਣੀ, ਜਾਂ ਕਿਸੇ ਨੂੰ ਬੋਲ ਕੇ ਕਿਸੇ ਦਾ ਅਹਿਤ ਕਰਨਾ, ਕਿਸੇ ਦਾ ਦਿਲ ਦਿਖਾਉਣਾ, ਇਹ ਵੀ ਹੱਤਿਆ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਸਾਡੇ ਮਨ ਵਿੱਚ ਚੱਲਣ ਦੀਆਂ ਨੇ, ਹਿੰਸਾ ਚੱਲਣ ਰਹੀ ਆ। ਹੰਸ ਹੇਤ ਲੋਭ ਕਿੰਨਾ ਸਾਡੇ ਅੰਦਰ ਵਗ ਰਿਹਾ ਹੈ, ਕੋਪ ਕ੍ਰੋਧ, ਇਹ 4 ਨਦੀਆਂ ਵਾ ਸਾਡੇ ਸਰੀਰ ਦੇ ਵਿੱਚੋਂ, ਤੇ ਜਿਹਨੂੰ ਪਾਸ ਕਰਕੇ ਮਨ ਨੇ ਸੱਚਖੰਡ ਜਾਣਾ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇ ਦੱਜੇ ਨਾਨਕਾ। ਗੱਲ ਲੰਮੀ ਨਾ ਹੋਵੇ, ਮੈਂ ਕਹਿ ਰਿਹਾ ਸੀ ਵੀ ਜਿੰਨਾ ਚਿਰ ਕੋਈ ਨਦੀ ਪਾਰ ਨਹੀਂ ਕਰਦਾ ਉਹਨਾਂ ਚਿਰ ਸੱਚਖੰਡ ਨਹੀਂ ਜਾਇਆ ਜਾਂਦਾ। ਤੇ ਮਨ ਸਾਡਾ ਕਾਲੀ ਨਦੀ ਆ, ਤੇ ਸਾਧਨਾ ਕਰਕੇ ਜਿਹੜਾ ਪਾਰ ਚਲ ਜਾਂਦਾ ਫਿਰ ਉਹ ਸੱਚਖੰਡ ਪਹੁੰਚ ਜਾਂਦਾ। ਮਹਾਰਾਜ ਕਹਿੰਦੇ ਮਨ ਮੰਦੇ ਪ੍ਰਭ ਅਵਗਾਈਆਂ, ਜਿਹੜਾ ਚੁੱਭੀ ਲਾ ਕੇ ਅਗਲੇ ਪਾਸੇ ਲੰਘ ਜਾਂਦਾ ਮਨ ਦੇ ਵਿੱਚੋਂ। ਕਿਉਂਕਿ ਮਨ ਦੇ ਵਿੱਚ ਤੇ ਇਸ ਤਰ੍ਹਾਂ ਫੁਰਨੇ ਆ ਰਹੇ ਨੇ, ਜਿਸ ਤਰ੍ਹਾਂ ਸੜਕ ਉੱਤੇ ਕੋਈ ਟ੍ਰੈਫਿਕ ਜਾ ਰਹੀ ਹੋਏ ਨਾ ਲਗਾਤਾਰ, ਤੇ ਉਹਨੂੰ ਪਾਰ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ। ਚਲੋ ਅੱਜ ਕੱਲ੍ਹ ਤੇ ਹੁਣ ਸਰਕਾਰਾਂ ਨੇ ਹਾਈਵੇ ਤੇ ਪੁਲ ਬਣਾ ਦਿੱਤੇ ਨੇ ਵੀ ਉਤੋਂ ਦੀ ਲੰਘ ਜਾਣ, ਤੁਸੀਂ ਥੱਲਿਓਂ ਦੀ ਪਾਸ ਕਰ ਜਾਓ। ਤੇ ਜੇ ਉਹ ਪੁਲ ਨਾ ਹੋਵੇ ਤਾਂ ਲੰਘਣਾ ਬੜਾ ਮੁਸ਼ਕਿਲ ਹੁੰਦਾ, ਜੇ ਟ੍ਰੈਫਿਕ ਬਹੁਤ ਤੇਜ਼ ਚੱਲ ਰਹੀ ਹੋਵੇ, ਬਹੁਤ ਜ਼ਿਆਦਾ ਹੋਵੇ ਗੱਡੀ, ਤੇ ਲੰਘਣਾ ਬੜਾ ਮੁਸ਼ਕਿਲ। ਇਸ ਤਰ੍ਹਾਂ ਮਨ ਦੇ ਅੰਦਰ ਜਿਹੜੇ ਸਾਡੇ ਫੁਰਨੇ ਨੇ, ਇਹ ਸਾਨੂੰ ਪਰਲੇ ਪਾਸੇ ਜਾਣ ਨਹੀਂ ਦਿੰਦੇ, ਬੜੇ ਤੇਜ਼ ਚੱਲ ਰਹੇ ਨੇ ਫੁਰਨੇ। ਹਾਂ ਕੋਈ ਸਾਧਨਾ ਕਰਦਾ ਰਵੇ ਜਾਂ ਗੁਰੂ ਕਿਰਪਾ ਕਰ ਦੇ ਤੇ ਟ੍ਰੈਫਿਕ ਨੂੰ ਰੋਕ ਦੇਵੇ। ਇੱਕ ਟ੍ਰੈਫਿਕ ਵਾਲਾ ਖਲੋਤਾ ਹੁੰਦਾ ਚੌਂਕ ਦੇ ਵਿੱਚ, ਉਹ ਇਸ਼ਾਰਾ ਕਰ ਦਿੰਦਾ ਵੀ ਰੁਕ ਜਾਓ, ਮੈਂ ਇੱਧਰ ਨਹੀਂ ਲਗਾਉਣਾ ਚਾਹੁੰਦਾ। ਗੁਰੂ ਕਿਰਪਾ ਕਰੇ ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਵੇ। ਗੁਰੂ ਕਿਰਪਾ ਕਰਦੇ ਸਾਰਾ ਕਰੇ ਵੀ ਤੁਸੀਂ ਰੁਕ ਜਾਓ। ਉਹ ਕੱਲ ਹੀ ਐਤਵਾਰ ਮੈਂ ਕਥਾ ਕਰ ਰਿਹਾ ਸੀ, ਬਾਣੀ ਕਹਿੰਦੀ ਗੁਰੂ ਕੇ ਪਾਸ ਤੇ ਸੇਵਕੇ ਕਾਰਜ ਰਾਸਤੇ, ਗੁਰੂ ਮਨ ਲੈਂਦਾ ਹੀ ਨਹੀਂਗਾ। ਕਰੀਏ ਹੁਣ ਕੀ, ਕਿੱਦਾਂ ਵੇਚੀਏ ਮਨ ਨੂੰ? ਮਨ ਨੂੰ ਵੇਚਣਾ, ਮਨ ਸਾਡੇ ਕੋਲ ਹੀ ਨਹੀਂਗਾ, ਮਨ ਸਾਡੇ ਵਸ ਵਿੱਚ ਨਹੀਂ ਆ। ਇਸ ਮਨ ਨੂੰ ਕਿਵੇਂ ਵੇਚੀਏ? ਇਹ ਤੇ ਆਪ ਹੁਦਰੀਆਂ ਪਿਆ ਕਰਦਾ, ਤੇ ਇਹ ਕਿਵੇਂ ਵੇਚੀਏ ਹੁਣ? ਉਹ ਮੈਂ ਕਹਿ ਰਿਹਾ ਸੀ ਫਿਰ ਟ੍ਰੈਫਿਕ ਵਾਲਾ ਕੀ ਕਰਦਾ ਵੀ ਇਸ਼ਾਰਾ ਕਰ ਦਿੰਦਾ ਤੂੰ ਰੁਕ ਜਾ, ਤੇ ਇੱਧਰ ਹੀ ਲੰਘਾ ਦਿੰਦਾ। ਇਸ ਸਾਡੇ ਮਨ ਵਿੱਚ ਬੜੀ ਲੰਮੀ ਲਾਈਨ ਚੱਲੀ ਹੋਈ ਆ ਫੁਰਨਿਆਂ ਦੀ। ਤੇ ਜਿਸ ਦਿਨ ਗੁਰੂ ਨਾਨਕ ਸਾਹਿਬ ਨੂੰ ਜਾ ਕੇ ਮੱਥਾ ਟੇਕਿਆ ਨਾ ਕਰਤਾਰਪੁਰ ਸ਼੍ਰੀ ਲਹਿਣਾ ਜੀ ਨੇ, ਤੇ ਉਹ ਲਿਖਦੇ ਨੇ ਕੱਲ ਸਹਾਰ ਜੀ ਵੀ ਤੈਂ ਤਾਂ ਧਰਿਓ ਮਸਤਕ ਹੱਥ। ਗੁਰੂ ਨੇ ਜਿਸ ਤਰ੍ਹਾਂ ਟ੍ਰੈਫਿਕ ਵਾਲਾ ਇਸ਼ਾਰਾ ਕਰ ਦਿੰਦਾ ਨਾ ਰੁਕ ਜਾਓ, ਗੁਰੂ ਵੀ ਇਸ਼ਾਰਾ ਕਰ ਦਿੰਦਾ, ਇੱਥੇ ਹੱਥ ਲਾ ਦਿੰਦਾ ਵੀ ਰੁਕ ਜਾਓ, ਹੁਣ ਨਹੀਂ ਅੱਗੇ ਤੁਸੀਂ ਆਉਣਾ। ਟ੍ਰੈਫਿਕ ਦੇ ਰੂਲ ਨੇ, ਭੰਗ ਕਰੋਗੇ ਤੇ ਫਿਰ ਸਜ਼ਾ ਵੀ ਮਿਲੂਗੀ।
ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ, ਤਿਨ ਧਰਿਓ ਜਿਨ ਧਰਿਓ ਮਸਤਕ ਹੱਥ, ਸਹਿਜ ਅਮਿਓ ਉਠੋ ਸੱਜ। ਰੋਕ ਦਿੱਤਾ, ਉਹ ਜੀ ਟ੍ਰੈਫਿਕ ਆ ਰਹੀ ਸੀ ਨਾ, ਉਸ ਨੂੰ ਰੋਕ ਦਿੱਤਾ ਤੇ ਮਨ ਪਾਰ ਹੋ ਗਿਆ। ਵੇਈ ਨਦੀ ਲੰਘ ਗਿਆ, ਕਾਲੀ ਨਦੀ ਲੰਘ ਗਿਆ ਤੇ ਮਨ ਮੰਦੇ ਪ੍ਰਭ ਅਵਗਾਈਆਂ, ਇਹ ਰਸ ਭੋਗਣ ਪਾਤਸ਼ਾਹੀਆਂ। ਫਿਰ ਜਦੋਂ ਇਹ ਨਦੀਆਂ ਲੰਘ ਜਾਂਦਾ ਕੋਈ ਕਾਲੀਆਂ, ਮਨ ਦੇ ਫੁਰਨੇ ਲੰਘਿਆ ਨਹੀਂ ਜਾਂਦਾ। ਬੜੀ ਮੁਸ਼ਕਿਲ ਬਾਤ ਹੈ। ਹਾਂ, ਗੁਰੂ ਕਿਰਪਾ ਕਰੇ, ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਉਹ ਫਿਰ ਸ਼੍ਰੀ ਨੈਣਾ ਜੀ ਨੇ ਆਣ ਕੇ ਸਭ ਤੋਂ ਪਹਿਲਾਂ ਖਡੂਰ ਸਾਹਿਬ ਦੀ ਧਰਤੀ ਤੇ ਆਖਿਆ ਵੀ ਅਸੀਂ ਅੰਦਰ ਬੈਠਣਾ ਵਾ, ਪਾਠ ਕਰਨ ਵਾਸਤੇ ਬੈਠਣਾ ਵਾ ਨਾ। ਇੱਕ ਅਵਸਥਾ ਹੁੰਦੀ ਆ ਜਦੋਂ ਮਨ ਟਿਕ ਜਾਂਦਾ ਵਾ, ਫਿਰ ਪਾਠ ਦੀ ਲੋੜ ਨਹੀਂ ਪੈਂਦੀ, ਫਿਰ ਕੀਰਤਨ ਦੀ ਲੋੜ ਨਹੀਂ ਪੈਂਦੀ, ਫਿਰ ਮਨ ਆਪਣੇ ਆਪ 'ਚ ਟਿਕਿਆ ਰਹਿੰਦਾ ਹੈ। ਉਹ ਕਿੱਦਾਂ ਟਿਕਦਾ? ਉਹ ਬਾਣੀ ਵਿੱਚ ਵੀ ਲਿਖਿਆ ਕਿ ਸਦਾ ਅਕਾਲ ਲਿਵ ਰਹਿ। ਗੁਰੂ ਅੰਗਦ ਸੱਚੇ ਪਾਤਸ਼ਾਹ ਦੀ ਸਦਾ ਬਿਰਤੀ ਪਰਮੇਸ਼ਰ ਵਿੱਚ ਜੁੜੀ ਰਹਿੰਦੀ ਸੀ। ਜਦੋਂ ਕੋਈ ਜੁੜ ਜਾਂਦਾ ਨਾ, ਜੁੜਨ ਵਾਸਤੇ ਸ਼ਬਦ ਵਾ, ਜਦੋਂ ਜੁੜ ਗਿਆ ਫਿਰ ਕੋਈ ਸ਼ਬਦ ਨਹੀਂ ਹੈ। ਨਾ ਨਾ ਨਾ, ਜੋੜਨ ਵਾਸਤੇ ਸ਼ਬਦ ਵਾ, ਜੁੜੇ 'ਚ ਕੋਈ ਸ਼ਬਦ ਨਹੀਂ ਹੈ। ਅੰਤਰ ਸੁਨੰ ਬਾਹਰ ਸੁਨਮ, ਤਰਪਣ ਸੁਨਮ ਸੁਨੰ, ਚੌਥੇ ਪਦ ਕੋ ਜੋ ਨਰ ਜਾਣੇ, ਤਾਂ ਕੋ ਪਾਪ ਨਾ ਪੁੰਨੰ। ਉਹ ਪਾਪਾਂ ਤੋਂ ਵੀ ਰਹਿਤ ਹੋ ਗਿਆ, ਪੁੰਨਾਂ ਤੋਂ ਵੀ ਰਹਿਤ ਹੋ ਗਿਆ, ਉਹ ਆਪਣੇ ਆਪ 'ਚ ਜੁੜ ਗਿਆ। ਸਦਾ ਅਕਲ ਲਿਵ ਰਹੇ ਕਰਨ ਸੁ ਇੱਛਾ ਚਾਰੇ, ਦ੍ਰੁਮ ਸਪੂਰ ਜੋ ਨਿਵੇ ਖਵੇ ਕਸ ਬਿੰਬਲ ਵਿਚਾਰੇ। ਗੱਲ ਲੰਮੀ ਨਾ ਹੋ ਜੇ, ਫਿਰ ਗੁਰੂ ਅੰਗਦ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਅਸੀਂ ਅੰਦਰ। ਤੇ ਅੱਜ ਕੱਲ੍ਹ ਤੇ ਬੜਾ ਮੁਸ਼ਕਿਲ ਬਣਿਆ ਪਿਆ ਟਿਕਣਾ ਵੀ। ਤੇ ਹੁਣ ਤੇ ਅੰਮ੍ਰਿਤ ਵੇਲੇ ਨਹੀਂ ਸਾਡੇ ਕੋਲ 2 ਘੰਟੇ ਕਿਤੇ ਨਿਤਨੇਮ ਜਾਂਦੀ, ਤੇ ਕੋਈ ਉਹਦਾ ਆਖੇ ਮੈਂ ਅੰਦਰ ਬੈਠ ਕੇ ਟਿਕਣਾ ਹੈ, ਤੇ ਬੜੀ ਮੁਸ਼ਕਿਲ ਬਾਤ ਬਣੀ। ਤਾਈਓ ਤੇ ਕਹਿੰਦੇ ਜੀ ਇਹ ਸਿੱਖੀ ਨਹੀਂ ਹੈ, ਅੰਦਰ ਟਿਕਣਾ, ਜੁੜਨਾ, ਜਪਣਾ, ਇਹ ਸਿੱਖੀ ਨਹੀਂ ਹੈ। ਪਤਾ ਨਹੀਂ ਕਿਹੜੀ ਸਿੱਖੀ ਨਵੀਂ ਆ ਗਈ ਇਹਨਾਂ ਦੀ। ਇਹ ਜਪ ਤਪ ਕਰਨੇ ਇਹ ਗੁਰਮਤ ਨਹੀਂ ਹੈ। ਤੇ ਏਦਾਂ ਦੀਆਂ ਕਿਤਾਬਾਂ ਪੜ੍ਹ ਕੇ ਝਗੜੇ ਕਰਨੇ, ਇਹ ਗੁਰਮਤ ਵਾ। ਉਹ ਕਿਸੇ ਨੇ ਲਿਖਿਆ ਸੀ ਨਾ ਕਿ ਘਿਓ ਮਲਾਈਆਂ ਖਾ ਕੇ ਮਲ ਖਾੜੇ ਲਾਉਂਦੇ। ਜਿਹਨੇ ਖਾੜੇ 'ਚ ਜਾਣਾ ਨਾ, ਕੁਸ਼ਤੀਆਂ ਕਰਨੀਆਂ, ਉਹਨੂੰ ਘਿਓ ਤੇ ਖਾਣਾ ਹੀ ਪਊ। ਸੁੱਕੀਆਂ ਰੋਟੀਆਂ ਖਾਣ ਵਾਲੋਂ ਕਿਵੇਂ ਲੜੂ ਘੁਲੂ ਜਾ ਕੇ? ਮਲਾਈਆਂ, ਦੁੱਧ, ਕੋਈ ਕਸਰਤ ਕਰਨੀ ਪਊ ਤੇ ਫੇਰ ਹੀ ਜਾਊ ਨਾ ਖਾੜੇ ਵਿੱਚ। ਘਿਓ ਮਲਾਈਆਂ ਖਾ ਕੇ ਮਲ ਖਾੜੇ ਲਾਉਂਦੇ, ਪੜ੍ਹ ਕੇ ਵੇਦ ਕਤੇਬਾਂ ਨੂੰ ਵਿਦਵਾਨ ਪਵਾੜੇ ਪਾਉਂਦੇ। ਜਿੰਨੇ ਧਰਤੀ ਤੇ ਪਵਾੜੇ ਪਏ ਨੇ, ਇਹਨਾਂ ਗਿਆਨੀਆਂ ਨੇ। ਵੇਖ ਲਓ ਤੁਸੀਂ, ਜਿੰਨੇ ਕੌਮ 'ਚ ਮਸਲੇ ਖੜੇ ਕੀਤੇ ਨੇ, ਸਾਰੇ ਗਿਆਨੀਆਂ ਹੀ ਕੀਤੇ ਨੇ। ਅਗਿਆਨੀ ਤੇ ਕਰਦਾ ਹੀ ਕੋਈ ਨਹੀਂ, ਸਿੱਖ ਤੇ ਕੋਈ ਕਰਦਾ ਹੀ ਕੋਈ ਨਹੀਂ। ਇਹ ਸਭ ਪਵਾੜੇ ਜਿੰਨੀ ਕੌਮ ਦੀ ਬਰਬਾਦੀ ਹੋਈ ਆ, ਗਿਆਨੀਆਂ ਨੇ ਕਰਾਈ ਆ। ਅੱਜ ਇੱਕ ਵਿਦਵਾਨ ਦੂਜੇ ਵਿਦਵਾਨ ਨਾਲ ਲੜ ਰਿਹਾ, ਧੜੇ ਤੇ ਧੜੇ ਦੇ ਪੱਖ ਵਿੱਚ ਅਸੀਂ ਬੋਲਣ ਲੱਗ ਪਏ ਹਾਂ। ਮੈਂ ਤਾਂ ਬੜਾ ਹੈਰਾਨ ਵਾਂ ਵੀ ਬੜੇ ਬੜੇ ਗਿਆਨੀ ਵੀ ਧੜੇ ਦੇ ਨਾਲ ਜੁੜ ਗਏ, ਆਪਣੇ ਆਪ ਨੂੰ ਗਿਆਨੀ ਸਦਾਉਂਦੇ ਸੀ। ਤੇ ਮੈਂ ਤਾਂ ਬੜਾ ਹੈਰਾਨ ਹੋ ਗਿਆ ਇਸ ਬਾਤ ਉੱਤੇ। ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ, ਮੈਂ ਇਹਨਾਂ ਨੂੰ ਸੁਣਦਾ ਹੁੰਦਾ ਸੀ। ਮੈਂ 2010 ਦੇ ਵਿੱਚ ਇਹਨਾਂ ਨਾਲ ਫੋਨ ਤੇ ਗੱਲ ਵੀ ਕੀਤੀ ਸੀ, ਮੈਨੂੰ ਚੰਗੇ ਲੱਗੇ। ਤੇ ਜਦੋਂ ਇਹ ਧੜੇ ਦੇ ਨਾਲ ਜੁੜ ਕੇ ਧੜੇ ਦੇ ਪੱਖ 'ਚ ਬੋਲਣ ਲੱਗ ਪਏ, ਮੈਂ ਕਿਹਾ ਤੇ ਗਿਆਨੀ ਹੈ ਹੀ ਨਹੀਂ ਆ। ਉਹ ਤੁਸੀਂ ਤੇ ਕੋਈ ਕੌਮ ਨੂੰ ਸੇਧ ਦੇਣੀ ਆ, ਤੇ ਤੁਸੀਂ ਇੱਕ ਧੜੇ ਨੂੰ ਵਡਿਆਮ ਰਹੇ ਹੋ ਕਿ ਬੜਾ ਵਧੀਆ ਹੋਇਆ, ਬੜਾ ਚੰਗਾ ਕੀਤਾ, ਕਿ ਧੜੇ ਦੇ ਪੱਖ ਵਿੱਚ ਬੋਲ ਰਹੇ ਹੋ। ਤੁਸੀਂ ਗਿਆਨੀ ਹੋ ਕੇ ਧੜੇ 'ਚ ਪੱਖ ਬੋਲਦੇ ਹੋ, ਕੈਸੀ ਬਾਤਾਂ। ਉਹ ਮੈਂ ਗੱਲ ਫੇਰ ਦੁਹਰਾ ਦਿਆਂ ਕਿ ਘਿਓ ਮਲਾਈਆਂ ਖਾ ਕੇ ਖਾੜੇ ਲਾਉਂਦੇ, ਪੜ੍ਹ ਪੰਡਤ ਵੇਦ ਸ਼ਾਸਤਰਾਂ ਨੂੰ ਪਵਾੜੇ ਪਾਉਂਦੇ। ਇਹ ਗ੍ਰੰਥ 'ਚ ਆਹ ਲਿਖਿਆ ਜੀ, ਤੇ ਗੁਰਬਾਣੀ ਵਿੱਚ ਵੀ ਵਿਰੋਧੀ ਗੱਲਾਂ ਲਿਖੀਆਂ ਨੇ। ਫੇਰ ਕੀ ਕਰੋਗੇ ਤੁਸੀਂ? ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੇ ਕੋਏ। ਗੁਰੂ ਅਮਰਦਾਸ ਕਹਿੰਦੇ ਨਾ ਬਾਬਾ, ਏਦਾਂ ਨਹੀਂ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ। ਇਹ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਵਿਰੋਧੀ ਗੱਲਾਂ ਮਿਲ ਜਾਣਗੀਆਂ।
गुरु ना निकले। गुरु अमरदास कहते ये तन सबो रत है बाबा जी, तो सारा खून ना ही भरिया। ਜਦੋਂ ਤੁਸੀਂ ਇਦਾਂ ਦੇ ਇੱਕ ਇੱਕ ਤੁਕਾਂ ਲੈ ਕੇ ਚਲੋਗੇ ਤੇ ਪਵਾੜੇ ਖੜੇ ਕਰ ਦੋਗੇ ਕੌਮ ਵਾਸਤੇ, ਤੇ ਕੌਮ ਨੂੰ ਬਰਬਾਦ ਕਰਕੇ ਰੱਖ ਦੋਗੇ। ਤੇ ਰੱਖੀ ਹੋਈ ਤੁਸੀਂ ਬਰਬਾਦ ਕਰਕੇ ਧੜਿਆਂ 'ਚ ਵੰਡੇ ਗਏ, 10-10 ਬੰਦਿਆਂ ਨੇ ਧੜੇ ਬਣਾ ਲਏ ਤੇ ਬਰਬਾਦੀ ਵੱਲ ਨੂੰ ਅਸੀਂ ਤੁਰ ਗਏ। 40 ਸਾਲ ਹੋ ਗਏ ਆ ਅਸੀਂ ਜਿੰਦਾਬਾਦ ਮੁਰਦਾਬਾਦ ਕਰੀ ਜਾਂਦੇ, ਕੋਈ ਤਰੱਕੀ ਥੋੜਾ ਕੀਤੀ ਹੈ 84 ਤੋਂ ਲੈ ਕੇ ਅੱਜ ਤੱਕ। मैं कल भी एक पोस्ट पाई सी लिख के भी ਜਿਹੜੀਆਂ ਕੌਮਾਂ इतिहास ਨੂੰ भुल जाण ਜਾਂ इतिहास ਵਿੱਚ फस जाण ਉਹ ਤਰੱਕੀ नहीं कर ਸਕਦੀਆਂ। ਅੱਜ ਸੇ ਕੌਮ इतिहास ਵਿੱਚ फसी ਹੋਈ है। ਇਹ ਅੱਗੋਂ ਪਿੱਛੋਂ ਕਦੀ ਨਹੀਂ ਮੱਥਾ ਟੇਕਣ ਆਉਂਦੇ ਦਰਬਾਰ ਸਾਹਿਬ। ਇਹ 6 ਜੂਨ ਨੂੰ ਹੀ ਆਉਂਦਾ ਸਿਮਰਨਜੀਤ ਸਿੰਘ ਮਾਨ, ਅੱਗੋਂ ਪਿੱਛੋਂ ਨਹੀਂ ਆਉਂਦਾ। ਉਹਦਨੇ ਜਾਂ ਤੇ ਨੇ ਪੱਗ ਆਣ ਕੇ ਕਿਸੇ ਦੀ ਲਾਉਣੀ ਆ ਤੇ ਜਾਂ ਆਪਣੀ ਲਵਾਉਣੀ, ਦੋ ਇੱਕ ਹੀ ਕੰਮ ਨੇ, ਆਹ ਦੋ ਕੰਮ ਕਰਨੇ ਨੇ। ਇਹ ਕਿਧਰ ਨੂੰ ਕੌਮ ਤੁਰ ਗਈ ਹੈ। ਤੇ ਖੈਰ ਮਹਾਰਾਜ ਕਹਿੰਦੇ ਭਾਈ, ਮੈਂ ਕਹਿ ਰਿਹਾ ਸੀ ਲੋਕੀ ਹਰ ਗੱਲ ਤੇ ਕਿੰਤੂ ਪਰੰਤੂ, ਇਹ ਜਪ ਤਪ ਸਿੱਖੀ ਨਹੀਂ ਹੁੰਦੇ। ਹਾਂ ਸਿੱਖੀ ਆ, ਪੱਗਾਂ ਲਾਉਣੀਆਂ ਸਟੇਜਾਂ ਉੱਤੇ ਜਾਂ ਆਪਣੀਆਂ ਲਵਾ ਦੇਣੀਆਂ, ਇਹ ਸਿੱਖੀ ਰਹਿ ਗਈ ਹੁਣ ਸਿੱਖਾਂ ਦੇ ਕੋਲ। ਹਰਿਮੰਦਰ ਸਾਹਿਬ ਫੋਰਸ ਲੱਗੇ, ਫੌਜਾਂ ਲੱਗਣ, ਪੁਲਿਸ ਲੱਗੇ ਤੇ ਲੋਕੀ ਕਹਿਣ ਇਹ ਕੀ ਹੋ ਰਿਹਾ। ਇਹ ਸਿੱਖੀ ਰਹਿ ਗਈ ਤੁਹਾਡੇ ਕੋਲ ਹੁਣ। ਵਾਹ ਜੀ ਵਾਹ। ਉਹ ਫਿਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਅੰਦਰ ਟਿਕਣਾ ਹੈ ਹੁਣ। ਤੇ ਉਹ ਫਿਰ ਅੰਦਰ ਜਦੋਂ ਟਿਕ ਗਏ ਨਾ, ਗੱਲ ਲੰਮੀ ਨਾ ਹੋਵੇ, ਉਹ ਫਿਰ ਸੰਗਤਾਂ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਨ ਆਉਂਦੀਆਂ ਨੇ। ਤੇ ਗੁਰੂ ਅੰਗਦ ਸਾਹਿਬ ਤੇ ਖਡੂਰ ਸਾਹਿਬ ਆ ਗਏ ਤੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਜੋਤੀ ਜੋਤ ਸਮਾ ਗਏ। ਉਹ ਫਿਰ ਸੰਗਤਾਂ ਬਾਬਾ ਬੁੱਢਾ ਜੀ ਛੱਡ ਗਏ। ਤੇ ਗੁਰੂ ਜਿਹੜਾ ਅਗਲਾ ਗੁਰੂ ਬਣੇ ਨੇ ਉਹ ਕੌਣ ਨੇ ਤੇ ਕਿੱਥੇ ਨੇ। ਸੰਗਤਾਂ ਉਦੋਂ ਕਿਹੜੇ ਇਹਦੇ ਸਾਧਨ ਹੁੰਦੇ ਸੀ ਵੀ ਗੁਰਤਾ ਗੱਦੀ ਦੇਣ ਲੱਗੇ ਤੇ ਲਾਈਵ ਕਰਤਾ ਫੇਸਬੁੱਕ ਤੇ WhatsApp ਤੇ ਫੋਟੋਆਂ ਪਾ ਦਿੱਤੀ। ਇਹ ਤੇ ਹੁੰਦਾ ਹੀ ਨਹੀਂ ਸੀ। ਜਿੱਥੇ ਗੱਲ ਹੋਈ ਉੱਥੇ ਦੱਬੀ ਰਹਿ ਜਾਂਦੀ ਸੀ। ਆ ਕੌਮ 'ਚ ਤਾਈਓ ਤੇ ਪਵਾੜੇ ਪੈ ਰਹੇ ਨੇ। ਇੱਕ ਕੋਈ ਗੱਲ ਕਰ ਦਿੰਦਾ ਸਾਰੀ ਦੁਨੀਆ ਤੇ ਪਹੁੰਚਾ ਦਿੰਦੇ ਨੇ। ਉਹ ਫਿਰ ਸੰਗਤਾਂ ਕਰਤਾਰਪੁਰ ਸਾਹਿਬ ਤੋਂ ਇਕੱਠੀਆਂ ਹੋ ਕੇ ਬਾਬਾ ਬੁੱਢਾ ਜੀ ਦੇ ਕੋਲ ਆਈਆਂ। ਬਾਬਾ ਬੁੱਢਾ ਜੀ ਰਮਦਾਸ ਰਹਿ ਰਹੇ ਸੀ ਕਰਤਾਰਪੁਰ ਤੋਂ ਕੋਈ ਦੂਰ ਨਹੀਂ ਆ, ਰਮਦਾਸ ਲਾਗੇ ਆ 20 ਕਿਲੋਮੀਟਰ ਤੇ। ਉਹ ਬਾਰਡਰ ਦੇ ਪਰਲੇ ਪਾਸੇ ਆ, ਇਹ ਬਾਰਡਰ ਦੇ ਉਰਲੇ ਪਾਸੇ ਰਮਦਾਸ। ਉਹਨਾਂ ਨੇ ਆਖਿਆ ਵੀ ਖਡੂਰ ਸਾਹਿਬ ਦੀ ਧਰਤੀ ਉੱਤੇ ਗੁਰੂ ਅੰਗਦ ਸਾਹਿਬ ਗੁਰਤਾ ਗੱਦੀ ਲੈ ਕੇ ਚਲ ਗਏ ਨੇ ਤੇ ਉੱਥੇ ਨਿਵਾਸ ਕਰਦੇ ਨੇ। ਤੇ ਸੰਗਤਾਂ ਨੇ ਆਖਿਆ ਵੀ ਸਾਡੇ ਨਾਲ ਚੱਲੋ ਤੇ ਸਾਨੂੰ ਦਰਸ਼ਨ ਕਰਾਓ ਕਿ ਗੁਰੂ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਆਂ। ਹੁਣ ਤਾਂ ਕਹਿੰਦੇ ਗਿਆਨ ਹੀ ਸਭ ਕੁਛ ਵਾ, ਸਰੀਰ ਦੀ ਲੋੜ ਹੀ ਕੋਈ ਨਹੀਂ ਹੈ। ਜੋ ਸ਼ਬਦ ਉਹ ਸ਼ਬਦ ਵਾ, ਜੋ ਸਰੀਰ ਨੇ ਕਰਨਾ ਉਹ ਸਰੀਰ ਨੇ ਕਰਨਾ, ਜੋ ਸ਼ਬਦ ਨੇ ਕਰਨਾ ਉਹ ਸ਼ਬਦ ਨੇ ਕਰਨਾ। ਸਰੀਰ ਦੀ ਵੀ ਲੋੜ ਵਾ, ਸ਼ਬਦ ਦੀ ਵੀ ਲੋੜ ਆ। ਗੁਰੂ ਗੋਬਿੰਦ ਸਿੰਘ 5 ਸਰੀਰ ਦੇ ਕੇ ਗਏ, 1-2 ਨਹੀਂ। ਸੱਚੇ ਪਾਤਸ਼ਾਹ ਜੋ ਕੰਮ ਸਰੀਰ ਨੇ ਕਰਨਾ ਉਹ ਸਰੀਰ ਨੇ ਹੀ ਕਰਨਾ। ਸਰੀਰ ਨੇ ਤੁਹਾਨੂੰ ਰਹਿਤ ਦੱਸਣੀ, ਇਹ ਸਰੀਰ ਨੇ ਸਭ ਕੁਝ ਕਰਨਾ, ਇਹ ਸ਼ਬਦ ਨੇ ਨਹੀਂ ਕਰਨਾ। ਸ਼ਬਦ ਆਪਣਾ ਕੋਈ ਹੋਰ ਖੇਡ ਹੈ। ਉਹ ਫਿਰ ਸੰਗਤਾਂ ਜਦੋਂ ਇੱਥੋਂ ਰਮਦਾਸ ਤੋਂ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਤੁਰ ਪੈਂਦੀਆਂ ਨੇ ਵੀ ਗੁਰੂ ਅੰਗਦ ਸਾਹਿਬ ਦਾ ਦਰਸ਼ਨ ਕਰਨਾ। ਤੇ ਜਾ ਕੇ ਖਡੂਰ ਸਾਹਿਬ ਪਤਾ ਕੀਤਾ ਤੇ ਘਰ ਪਹੁੰਚ ਗਏ ਜਿੱਥੇ ਗੁਰੂ ਅੰਗਦ ਸਾਹਿਬ ਦਾ ਨਿਵਾਸ ਸੀ। ਹੁਣ ਕੋਈ ਤੇ ਕਹਿੰਦੇ ਵੀ ਉਹ ਆਪਣੇ ਭੂਆ ਜੀ ਦੇ ਘਰ ਵਿੱਚ ਗੁਰਦੁਆਰਾ ਹੈਗਾ, ਗੁਰਦੁਆਰਾ ਮਾਈ ਭਰਾਈ ਜੀ। ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਸਾਹਿਬ ਦਾ ਕੋਈ ਨਿੱਜੀ ਘਰ ਨਹੀਂ ਹੈਗਾ ਪੁਰਾਤਨ। ਉਹਨਾਂ ਦੇ ਭੂਆ ਜੀ ਦਾ ਹੀ ਘਰ ਵਾ, ਨਾ ਉਹਨਾਂ ਦੀ ਹੱਟੀ ਆ। ਕਿੱਥੇ ਹੱਟੀ ਕਰਦੇ ਸੀ ਪਤਾ ਹੀ ਨਹੀਂ ਕੋਈ। ਉਹ ਫਿਰ ਜਦੋਂ ਜਾ ਕੇ ਬਾਬਾ ਬੁੱਢਾ ਜੀ ਸੰਗਤਾਂ ਸਮੇਤ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚਦੀਆਂ ਤੇ ਪੁੱਛਦੇ ਨੇ ਵੀ ਗੁਰੂ ਅੰਗਦ ਸਾਹਿਬ ਜੀ ਕਿੱਥੇ ਨੇ। ਸੰਗਤਾਂ ਨੇ ਦਰਸ਼ਨ ਕਰਨੇ ਨੇ ਤੇ ਗੁਰੂ ਅੰਗਦ ਸਾਹਿਬ ਨੇ ਕਿਹਾ ਸੀ ਸਾਡੇ ਬਾਰੇ ਦੱਸਣਾ ਨਹੀਂ ਆ ਕਿਸੇ ਨੂੰ, ਅਸੀਂ ਅੰਦਰ ਬੈਠਣਾ ਹੈ। ਇੱਕ ਅਵਸਥਾ
ਮਸਤਾਨੀ ਵਸਤਾ ਵਾ, ਇਹਦੇ ਨਾਲ ਆਮ ਗਿਆਨੀ ਨਹੀਂ ਸਹਿਮਤ ਹੋਣਗੇ। ਬੋਲਿਆ ਉੱਥੇ ਰਹੀਏ ਜਿੱਥੇ ਸਾਰੇ ਅੰਨੇ, ਨਾ ਹੀ ਸਾਨੂੰ ਕੋਈ ਪਛਾਣੇ ਤੇ ਨਾ ਹੀ ਸਾਨੂੰ ਕੋਈ ਮੰਨੇ। ਇਹ ਅਵਸਥਾ ਹੁੰਦੀ ਹੈ, ਕਿਉਂਕਿ ਇਹ ਜਿਹੜੀ ਬਾਹਰਲੀ ਵਡਿਆਈ ਆ ਨਾ, ਇਹ ਸਭ ਤੋਂ ਵੱਡੀ ਰੁਕਾਵਟ ਆ ਰੱਬ ਦੇ ਰਸਤੇ ਵਿੱਚ। ਆ ਜਿਹੜੀ ਵਾਵਾ ਖੱਟਦੇ ਆ ਨਾ ਫੇਸਬੁੱਕਾਂ ਉੱਤੇ, ਇਹ ਸਭ ਤੋਂ ਵੱਡੀ ਰੁਕਾਵਟ ਵਾ। ਆਪਣਾ ਖਿਲਾਰਦੇ ਫਿਰਦੇ ਆ ਨਾ, ਅੱਜ ਸਾਨੂੰ ਗਿਆਨ ਨੇ ਹੀ ਪਿੱਛੇ ਰੱਖਿਆ ਹੋਇਆ ਵਾ। ਜਿਹੜੀਆਂ ਅਸੀਂ ਗਿਆਨ ਦੀਆਂ ਪੰਡਾਂ ਬੰਨ੍ਹ ਕੇ ਸਿਰ ਤੇ ਤੁਰੇ ਫਿਰਦੇ ਆ, ਇਹ ਬਾਬਾ ਜੀ ਲਾਉਂਦੇ ਹੁੰਦੇ ਸੀ ਗਿਆਨੀਆਂ ਦੀਆਂ, ਵੀ ਇਹ ਗਿਆਨ ਦੀਆਂ ਪੰਡਾਂ ਲਾ ਕੇ ਪ੍ਰੇਮ ਕਰੋ। ਗਿਆਨੀ ਦੀ ਤਾਂ ਕਿਸੇ ਤੱਕ ਪਹੁੰਚ ਨਹੀਂ, ਕਥਾ ਬੜੀ ਕਰਦਾ, ਕਥਾ ਨਾਲ ਕੀ ਹੋਣਾ ਹੈ। ਆ ਗਿਆਨੀ ਠਾਕਰ ਸਿੰਘ ਕਰਦਾ ਹੀ ਆ ਪਟਿਆਲੇ ਵਾਲਾ, ਝੂਠ ਹੀ ਮਾਰੀ ਜਾਂਦਾ, ਇਹਦੇ ਨਾਲ ਕੀ ਹੋਣਾ ਹੈ। ਇਹ ਬ੍ਰਹਮ ਕਵਚ ਕਰੋ ਜੀ, ਫਲਾਨਾ ਕਰੋ ਜੀ, ਉਹ ਤੁਹਾਨੂੰ ਜਪਜੀ ਸਾਹਿਬ ਤੇ ਭਰੋਸਾ ਹੀ ਨਹੀਂ ਰਿਹਾ। ਸਿੱਖੋ ਕਿ ਕਿਧਰ ਨੂੰ ਲੋਕ, ਇਹ ਗਿਆਨ ਤੁਹਾਨੂੰ ਦੱਸਿਆ ਵੀ ਇਹ ਗਿਆਨੀਆਂ ਨੇ ਪਵਾੜੇ ਪਾਏ ਧਰਤੀ ਉੱਤੇ। ਉਹ ਫਿਰ ਜਦੋਂ ਉੱਥੇ ਪਹੁੰਚ ਜਾਂਦੇ ਨੇ ਤੇ ਪੁੱਛਦੇ ਨੇ ਕਿ ਕਿੱਥੇ ਨੇ, ਉਹ ਕਹਿੰਦੇ, ਉਹਨਾਂ ਦੱਸਿਆ ਵੀ ਸਾਡੇ ਬਾਰੇ ਦੱਸਣਾ ਨਹੀਂ ਕਿਸੇ ਨੂੰ, ਕਿਉਂਕਿ ਮੈਂ ਕਹਿ ਰਿਹਾ ਜਿਹੜੀ ਵਾਹ ਵੀ ਰੁਕਾਵਟ ਵਾ। ਬੜਾ ਗਿਆਨੀ ਜੀ ਆ ਦਿੰਦਾ, ਇਹ ਵੀ ਹਉਮੈ ਹੰਕਾਰ ਪੈਦਾ ਕਰ ਦਿੰਦਾ। ਉਹ ਫਿਰ ਜਦੋਂ ਮਾਤਾ ਜੀ ਨੇ ਆਖਿਆ ਵੀ ਉਹ ਇੱਥੇ ਨਹੀਂ ਹੈ, ਬਾਬਾ ਬੁੱਢਾ ਜੀ ਕਹਿੰਦੇ ਹੋਰ ਜਾਣਾ ਕਿੱਥੇ ਸੀ ਉਹਨਾਂ ਨੇ, ਇੱਥੇ ਹੀ ਨੇ। ਆਏ ਨੇ, ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ, ਇੱਥੇ ਹੀ ਨੇ। ਤੇ ਨਾਲੇ ਜੋ ਇੱਥੇ ਸਾਨੂੰ ਆਣ ਕੇ ਮਹਿਸੂਸ ਹੋਇਆ ਹੈ ਇਸ ਵਿਹੜੇ ਵਿੱਚ, ਇਸ ਨੇ ਸਾਬਤ ਕਰ ਦਿੱਤਾ ਵੀ ਅੰਦਰ ਕੋਈ ਹੈਗਾ ਵਾ। ਇਹ ਦੁਸ਼ਟਾਂ ਦੇ ਘਰ ਵਿੱਚ ਜਾਓ ਤੇ ਤੁਹਾਡਾ ਮਨ ਭਟਕ ਜਾਵੇਗਾ। ਕਿਤੇ ਨਾਮ ਜਪਣ ਵਾਲਿਆਂ ਦੇ ਘਰ ਜਾਓ, ਜਿੱਥੇ ਰੱਬ ਰੱਬ ਜਪਿਆ ਜਾਂਦਾ, ਮਨ ਸ਼ਾਂਤ ਹੋ ਜਾਂਦਾ ਹੈ। ਪਤਾ ਲੱਗ ਜਾਂਦਾ ਵੀ ਇੱਥੇ ਕੁਝ ਹੋਇਆ ਹੈ ਜਾਂ ਹੋ ਰਿਹਾ ਹੈ, ਪ੍ਰਭਾਵਿਤ ਹੁੰਦਾ ਹੈ, ਹਰ ਚੀਜ਼ ਦਾ ਪ੍ਰਭਾਵ ਹੁੰਦਾ ਹੈ। ਉਹ ਫਿਰ ਜਦੋਂ ਮਾਤਾ ਜੀ ਨਹੀਂ ਮੰਨੇ, ਫਿਰ ਬਾਬਾ ਬੁੱਢਾ ਜੀ ਆਖਿਆ ਵੀ ਨਹੀਂ ਇੱਥੇ ਹੀ ਹੈ। ਫਿਰ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਆਖਿਆ ਵੀ ਬਹਿ ਜਾਓ ਸਾਰੇ ਤੇ ਸ਼ਬਦ ਪੜੋ, ਤੇ ਜਿੱਥੇ ਸ਼ਬਦ ਪੜਿਆ ਜਾਊਗਾ ਗੁਰੂ ਉੱਥੇ ਪ੍ਰਗਟ ਹੋ ਜਾਂਦਾ ਹੈ। ਬਾਣੀ ਵੀ ਮੰਨਦੀ ਨੇ ਕਿ ਉਪਮਾ ਸੁਣੋ ਰਾਜਨ ਕੀ ਸੰਤੋ, ਕਹਿਤ ਜੇਤ ਪਹੁੰਚਾ। ਜਿਹੜਾ ਵੀ ਕੋਈ ਰੱਬ ਨੂੰ ਕਹੂਗਾ, ਰੱਬ ਨੂੰ ਜਪੂਗਾ, ਉਹ ਰੱਬ ਤੱਕ ਪਹੁੰਚ ਜਾਵੇਗਾ, ਰੱਬ ਉੱਥੇ ਪ੍ਰਗਟ ਹੋ ਜਾਏਗਾ। ਧਰੂ ਨੇ ਕੋਈ ਕਥਾ ਕਰਕੇ ਨਹੀਂ, ਪ੍ਰਹਲਾਦ ਨੇ ਕੋਈ ਵੇਦ ਸ਼ਾਸਤਰ ਪੜ੍ਹ ਕੇ ਗਿਆਨੀ ਬਣ ਕੇ ਨਹੀਂ ਰੱਬ ਨੂੰ ਪਾਇਆ। ਅੱਜ ਤੱਕ ਦੁਨੀਆ ਦਾ ਇਤਿਹਾਸ ਦੱਸਦਾ ਹੈ ਕੋਈ ਵੀ ਗਿਆਨੀ ਰੱਬ ਨੂੰ ਨਹੀਂ ਪਾ ਸਕਿਆ। ਜਦੋਂ ਉਹਨੇ ਆਪਣਾ ਗਿਆਨਾਪਣ ਛੱਡਿਆ ਤੇ ਭੋਲੇ ਪਾਏ ਮਿਲੇ ਰਗ ਰਾਏ, ਕਿਤੇ ਨਹੀਂ ਲਿਖਿਆ ਵੀ ਤੁਸੀਂ ਗਿਆਨੀ ਬਣ ਜਾਓਗੇ, ਕਥਾ ਕਰੂ ਤੁਹਾਨੂੰ ਰੱਬ ਮਿਲੂਗਾ। ਨਾ ਨਾ ਨਾ, ਜਿਉਂ-ਜਿਉਂ ਗਿਆਨ ਵੱਧਦਾ ਜਾਊਗਾ ਤਿਉਂ-ਤਿਉਂ ਨਾਸਤਿਕਤਾ ਵੱਧਦੀ ਜਾਏਗੀ ਅੰਦਰ ਦੇ ਵਿੱਚ। ਪੰਡਤ ਹੋਏ ਕੇ ਵੇਦ ਬਖਾਨੇ, ਮੂਰਖ ਨਾਮ ਦਿਓ ਰਾਮੇ ਜਾਣੇ। ਤੁਸੀਂ ਵੇਦ ਸ਼ਾਸਤਰ ਪੜ੍ਹੀ ਜਾਂਦੇ ਹੋ, ਇਹਦੇ ਨਾਲ ਕੀ ਹੋਣਾ ਹੈ? ਇਹਦੇ ਨਾਲ ਰੱਬ ਥੋੜਾ ਕੋਈ ਮਿਲਣਾ, ਅਜੇ ਤੱਕ ਤੇ ਮਿਲਿਆ ਨਹੀਂ ਕਿਸੇ ਨੂੰ। ਉਹ ਫਿਰ ਜਦੋਂ ਬਾਬਾ ਬੁੱਢਾ ਜੀ ਸੰਗਤਾਂ ਸਮੇਤ ਵਿਹੜੇ 'ਚ ਬਹਿ ਜਾਂਦੇ ਨੇ ਤੇ ਸ਼ਬਦ ਪੜ੍ਹਦੇ ਨੇ, ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੂੰ ਅੰਦਰ ਆਵਾਜ਼ ਪਹੁੰਚ ਜਾਂਦੀ ਵੀ ਸੰਗਤਾਂ ਬਾਹਰ ਆਣ ਕੇ ਕੋਈ ਬਹਿ ਗਈਆਂ। ਤੇ ਬਾਬਾ ਬੁੱਢਾ ਜੀ ਅੱਗੇ ਅੱਗੇ ਪੜ੍ਹ ਰਹੇ ਨੇ, ਕਿਉਂਕਿ ਪੜੂਗਾ ਉਹ ਜਿਹਨੂੰ ਕੁਛ ਆਉਂਦਾ। ਤੇ ਬਾਬਾ ਬੁੱਢਾ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗ੍ਰੰਥੀ ਰਹੇ ਨੇ। ਹਰਮੰਦਰ ਤੋਂ ਪਹਿਲਾਂ ਉਹ ਕਰਤਾਰਪੁਰ ਸਾਹਿਬ ਦੇ ਗ੍ਰੰਥੀ ਰਹੇ ਨੇ, ਤੇ ਜਪਜੀ ਸਾਹਿਬ ਦਾ ਪਾਠ ਸੰਗਤਾਂ ਨੂੰ ਅੰਮ੍ਰਿਤ ਵੇਲੇ ਬਾਬਾ ਬੁੱਢਾ ਜੀ ਸੁਣਾਉਂਦੇ ਰਹੇ ਨੇ। ਅੰਮ੍ਰਿਤ ਵੇਲੇ ਜਾਪ ਉਚਾਰਾ, ਸੁਦਰ ਆਰਤੀ ਗਾਵੀ, ਅੰਮ੍ਰਿਤ ਵੇਲੇ ਜਾਪ ਉਚਾਰਾ। ਤੇ ਉਹ ਕੌਣ ਉਚਾਰਨ ਕਰਦਾ ਸੀ? ਬਾਬਾ ਬੁੱਢਾ ਜੀ ਉਚਾਰਨ ਕਰਦੇ ਸੀ ਜਪਜੀ ਸਾਹਿਬ। ਤੇ ਧਰਮਸ਼ਾਲਾ ਦੇ ਗ੍ਰੰਥੀ ਸਨ ਬਾਬਾ ਬੁੱਢਾ ਜੀ ਕਰਤਾਰਪੁਰ ਸਾਹਿਬ ਦੀ ਦੇ, ਤੇ ਸੇਵਾਦਾਰ ਸਨ ਸ਼੍ਰੀ ਲਹਿਣਾ ਜੀ।
ਉਹ ਫਿਰ ਬਾਬਾ ਬੁੱਢਾ ਜੀ ਅੱਗੇ ਅੱਗੇ ਪੜ੍ਹ ਰਹੇ ਨੇ। ਮੈਂ ਕਹਿ ਰਿਹਾ ਵੀ ਪੜੂਗਾ ਉਹ ਜਿਹਨੂੰ ਕੁਛ ਆਉਂਦਾ, ਤੇ ਜਿਹਨੂੰ ਕੁਛ ਆਉਂਦਾ ਨਹੀਂ ਤੇ ਇੱਦਾਂ ਫੇਸਬੁੱਕ ਤੇ ਆ ਬਹਿ ਗਿਆ ਕਥਾ ਕਰਨ ਮੇਰੇ ਵਰਗਾ ਕੋਈ, ਤੇ ਕਥਾ ਹੀ ਭੁੱਲ ਗਿਆ। ਤੇ ਮੁੜ ਕੇ ਆਖੇ ਸਾਧ ਸੰਗਤ ਜੀ ਇਹ ਨਾਮ ਹੀ ਜਪ ਲਈਏ, ਕਥਾ ਭੁੱਲ ਗਿਆ ਮੈਂ। ਆ ਵੀ ਉਹ ਨਾਮ ਹੀ ਜਪ ਲੱਗਾ ਤੇ ਉਹ ਡਰ ਗਿਆ, ਨਾਮ ਹੀ ਨਾ ਜਪਿਆ ਗਿਆ, ਵਾਹਿਗੁਰੂ ਨਾ ਮੂੰਹ ਚੋਂ ਨਿਕਲੇ। ਬਹਿ ਫੇਸਬੁੱਕ ਤੇ ਬਹਿ ਕੇ ਕਥਾ ਕਰਨੀ ਕੋਈ ਸੌਖਾ ਕੰਮ ਤਾਂ ਨਹੀਂ ਹੈ। ਉਹ ਫਿਰ ਬਾਬਾ ਬੁੱਢਾ ਜੀ ਪੜ੍ਹ ਰਹੇ ਨੇ। ਮੈਂ ਕਿਹਾ ਪੜੂਗਾ ਉਹ ਜਿਹਨੂੰ ਕੁਛ ਆਉਂਦਾ। ਹੁਣ ਤੇ ਚਲੋ ਸੁਖਾਲਾ ਕੰਮ ਹੋ ਗਿਆ, ਕੀਰਤਨੀਆਂ ਨੇ ਕੀਰਤਨ ਕਰਨਾ ਹੋਵੇ ਤੇ ਮੋਬਾਈਲ ਖੋਲ ਕੇ ਬਹਿ ਜਾਂਦੇ ਨੇ, ਅੱਗੇ ਸ਼ਬਦ ਕੱਢ ਕੇ ਰੱਖ ਲੈਂਦੇ ਨੇ। ਇਹ ਮਰਜ਼ਾਦਾ ਨਹੀਂ ਹੈ ਭਾਈ। ਤੁਸੀਂ ਤੇ ਮੋਬਾਈਲ ਤੋਂ ਵੇਖ ਕੇ ਕਥਾ ਕਰਨ ਦੇ ਹੋ। ਮੈਂ ਤਾਂ ਕਈ ਵਾਰੀ ਗਿਆਨੀਆਂ ਨੂੰ ਵੇਖਣ ਦੇ ਥੱਲੇ ਮੋਬਾਈਲ ਰੱਖਿਆ ਹੁੰਦਾ, ਉਹ ਜਾਂਦੇ ਨੇ। ਤੇ ਹਰ ਬੰਦੇ ਕੋਲ ਮੋਬਾਈਲ ਆਪੇ ਸੁਣ ਲਾਂਗੇ। ਤੁਸੀਂ ਕਾਹਤੋਂ ਸੁਣਾਉਂਦੇ ਮੋਬਾਈਲਾਂ ਤੋਂ ਕਥਾ? ਇਹ ਕਾਹਦੀ ਕਥਾ ਜਿਹੜੀ ਮੋਬਾਈਲਾਂ ਤੋਂ ਹੋ ਰਹੀ ਹੈ? ਮੈਂ ਮੋਬਾਈਲ ਤੋਂ ਵੇਖ ਲੈਣਾ, ਪੜ੍ਹੀ ਜਾਣਾ, ਸੁਣਾਈ ਜਾਣਾ, ਇਹ ਕੋਈ ਕਥਾ ਥੋੜਾ ਵਾ। ਅੰਮਿਓ ਚੱਲੇ ਝਰਨੇ, ਅੰਦਰੋਂ ਕੋਈ ਗੱਲ ਫੁੱਟੇ ਉਹ ਸੁਣਾਓਗੇ, ਮੋਬਾਈਲਾਂ ਤੋਂ ਵੇਖ ਕੇ ਸੁਣਾਈ। ਉਹ ਫਿਰ ਬਾਬਾ ਬੁੱਢਾ ਜੀ ਨੇ ਜਦੋਂ ਸ਼ਬਦ ਪੜ੍ਹਿਆ ਤੇ ਸੰਗਤਾਂ ਮਗਰ ਪੜ੍ਹ ਰਹੀਆਂ ਨੇ ਪ੍ਰੇਮ ਦੇ ਵਿੱਚ, ਤੇ ਗੁਰੂ ਅੰਗਦ ਸਾਹਿਬ ਨੂੰ ਆਵਾਜ਼ ਸੁਣ ਗਈ ਅੰਦਰ ਵੀ ਬਾਹਰ ਤੇ ਸੰਗਤਾਂ ਆ ਗਈਆਂ। ਤੇ ਆਉਣੀਆਂ ਸੀ ਸੰਗਤਾਂ ਨੇ, ਹੁਣ ਜਾਣਾ ਕਿੱਥੇ ਆ? ਹੁਣ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਗਤਾਂ ਨੂੰ ਗੁਰੂ ਅੰਗਦ ਸਾਹਿਬ ਦੇ ਲੜ ਲਾ ਕੇ ਗਏ ਨੇ, ਤੇ ਹੁਣ ਉਹਨਾਂ ਦੇ ਕੋਲ ਆਉਣਾ ਸੀ, ਕਿਹਦੇ ਕੋਲ ਜਾਣਾ ਸੀ? ਉਹ ਫਿਰ ਜਦੋਂ ਬਾਬਾ ਬੁੱਢਾ ਜੀ ਨੇ ਸ਼ਬਦ ਪੜ੍ਹਿਆ ਤੇ ਫਿਰ ਅੰਦਰ ਆਵਾਜ਼ ਸੁਣ ਗਈ ਗੁਰੂ ਅੰਗਦ ਸੱਚੇ ਪਾਤਸ਼ਾਹ, ਫਿਰ ਅੰਦਰੋਂ ਉੱਠ ਕੇ ਆ ਗਏ ਬਾਹਰ ਤੇ ਸੰਗਤਾਂ ਨੇ ਦਰਸ਼ਨ ਕੀਤੇ। ਵਾਹ ਵਾਹ ਵਾਹ। ਜਾਨੀ ਦ੍ਰਿਟ ਅੰਮ੍ਰਿਤ ਧਾਰ, ਉਹਨਾਂ ਦੀਆਂ ਅੱਖਾਂ ਦੇ ਵਿੱਚ ਅੰਮ੍ਰਿਤ ਹੀ ਵਰੀ ਜਾਂਦਾ ਸੀ। ਇੰਨਾ ਜਪ ਤਪ, ਇੰਨੀ ਸੇਵਾ ਗੁਰੂ ਅੰਗਦ ਸੱਚੇ ਪਾਤਸ਼ਾਹ, ਉਹਦੀਆਂ ਅੱਖਾਂ, ਉਹਨਾਂ ਦੀਆਂ ਅੱਖਾਂ ਵਿੱਚ ਅੰਮ੍ਰਿਤ ਸੀ। ਜਾਂਗੀ ਦ੍ਰਿਟ ਅੰਮ੍ਰਿਤ ਧਾਰ, ਕਾਲਖ ਖਨ ਉਤਾਰ, ਤਿਮਰ ਅਗਿਆਨ ਜਾਹਿ ਦਰਸ ਦਵਾਰ। ਉਹ ਜਿਨ੍ਹਾਂ ਨੇ ਦਰਸ਼ਨ ਕੀਤਾ ਉਹਨਾਂ ਦਾ ਅਗਿਆਨਤਾ ਦੂਰ ਹੋ ਗਈ। ਉਹ ਫਿਰ ਜਦੋਂ ਦਰਸ਼ਨ ਕੀਤਾ ਸੰਗਤਾਂ ਨੇ, ਬਹਿ ਗਏ ਗੁਰੂ ਅੰਗਦ ਸੱਚੇ ਪਾਤਸ਼ਾਹ ਸੰਗਤਾਂ ਦੇ ਵਿੱਚ, ਵਿਹੜੇ ਦੇ ਵਿੱਚ ਹੀ ਬਚਨ ਬਲਾਸ ਹੋਏ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਨੂੰ ਵੀ ਤੁਹਾਨੂੰ ਤਾਂ ਜ਼ਿੰਮੇਵਾਰੀ ਦਿੱਤੀ ਹੋਈ ਆ ਤੇ ਤੁਸੀਂ ਛਿਪ ਕੇ ਬਹਿ ਗਏ ਹੋ। ਕਹਿਣ ਲੱਗੇ ਕੋਈ ਅੰਦਰ ਦੀ ਅਵਸਥਾ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਸਾਡਾ ਚਿੱਤ ਜਿਹੜਾ ਟਿਕਿਆ ਜਾਵੇ ਤੇ ਠੀਕ ਹੈ। ਕਹਿਣ ਲੱਗੇ ਠੀਕ ਹੈ, ਤੁਹਾਡਾ ਤਾਂ ਚਿੱਤ ਕਰਦਾ, ਪਰ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਨਾ, ਤੁਹਾਨੂੰ ਸੰਗਤਾਂ ਨੂੰ ਤਾਰਨਾ। ਤੇ ਸਿੱਧ ਸੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਜੇ ਗਿਆਨੀ ਛਿਪ ਜਾ। ਤੇ ਸੰਗਤਾਂ ਦਾ ਪਾਰ ਉਤਾਰਾ ਕਿਸ ਤਰ੍ਹਾਂ ਹੋਵੇਗਾ? ਉਹ ਜਿੱਦਾਂ ਗੁਰੂ ਨਾਨਕ ਸਾਹਿਬ ਜੀ ਨੇ, ਤੁਸੀਂ ਗੁਣੀ ਗਿਆਨੀ ਹੋ, ਸਿੱਧ ਪੁਰਖੋ, ਤੇ ਤੁਸੀਂ ਪਰਬਤਾਂ ਤੇ ਜਾ ਕੇ ਛਿਪ ਗਏ ਤੇ ਥੱਲੇ ਦੁਨੀਆ ਮਰਨ ਦੀ ਆ। ਪਰ ਜਾਹੀ ਅੰਧੀ ਗਿਆਨ ਬਿਨ ਕੂੜਕ ਸੱਤ ਮੁਖੋਂ ਅਲਾਈ। ਕਹਿੰਦੇ ਬਾਬਾ ਜੀ ਅਸੀਂ ਉੱਥੇ ਨਹੀਂ ਜਾਣਾ। ਕਹਿੰਦੇ ਕੀ ਗੱਲ? ਕਹਿੰਦੇ ਉਹ ਤੇ ਸੜੇ ਪਏ ਨੇ ਦੁਨੀਆਦਾਰ, ਤੇ ਸਾਨੂੰ ਵੀ ਸਾੜਨਗੇ। ਜਿਹੜਾ ਆਪ ਸੜਿਆ ਨਾ ਭਾਈ, ਤੱਤਾ ਲੋਹਾ, ਤੇ ਤੁਸੀਂ ਉਹਨੂੰ ਹੱਥ ਲਾਓਗੇ ਤੇ ਹੱਥ ਤੁਹਾਡਾ ਠੰਡਾ ਰਹੂਗਾ, ਸਾੜ ਕੇ ਰੱਖ ਦੂਗਾ। ਕੋਈ ਉਹ ਤੱਤੇ ਲੋਹੇ ਤੇ ਤੁਸੀਂ ਕੱਪੜਾ ਫਿਰ ਆਪਣੀ ਪ੍ਰੈਸ ਬਹੁਤਾ ਗਰਮ ਹੋਵੇ ਤਾਂ ਕੱਪੜੇ ਸਾੜ ਦਿੰਦੀ ਹੈ। ਤੇ ਜਿਹੜਾ ਆਪ ਸੜਿਆ ਉਹ ਦੂਜੇ ਨੂੰ ਸਾੜੂਗਾ ਨਹੀਂ, ਹੋਰ ਕੀ ਕਰੂਗਾ? ਕਹਿਣ ਲੱਗੇ ਉਹ ਤਾਂ ਦੁਨੀਆ ਸੜੀ ਪਈ ਹੈ, ਅਸੀਂ ਨਹੀਂ ਉੱਥੇ ਜਾਣਾ। ਇੱਕ ਆ ਮਸਕੀਨ ਸਾਹਿਬ ਗੱਲ ਸੁਣਾਉਂਦੇ ਹੁੰਦੇ ਆ ਵੀ ਇਹ ਜੋਗੀ ਤਾਂ ਇਹ ਭ੍ਰਿਸ਼ਟ ਹੋ ਸਕਦਾ, ਗ੍ਰਿਸ਼ਟੀ ਨਹੀਂ ਹੈ। ਦੇਖੋ ਕੈਸੀ ਬਾਤ, ਇੱਕ ਗਿਆਨੀ ਆ ਗੱਲ ਕਵੇ ਵੀ ਜੋਗੀ ਤਾਂ ਇਹ ਭ੍ਰਿਸ਼ਟ ਹੋ ਸਕਦਾ, ਗ੍ਰਿਸ਼ਟੀ ਨਹੀਂ ਹੈ। ਕਿਉਂ ਭਾਈ? ਜਿਹੜਾ ਪਹਿਲੋਂ ਭ੍ਰਿਸ਼ਟ ਆ ਉਹਨੂੰ ਕਿਵੇਂ ਭ੍ਰਿਸ਼ਟ ਕਰ ਲਓਗੇ? ਜਿਹੜਾ ਸੂਲੀ ਤੇ ਚੜਿਆ ਹੋਇਆ ਉਹਨੂੰ ਖਤਰਾ ਵਾ, ਜਿਹੜਾ ਥੱਲੇ ਜ਼ਮੀਨ ਤੇ ਬੈਠਾ ਹੋਇਆ ਲੰਮੇ ਪਿਆ ਉਹਨੂੰ ਕੀ ਖਤਰਾ ਹੈ?
ਜਿਹੜਾ ਪਹਿਲੋਂ ਭ੍ਰਿਸ਼ਟ ਆ ਉਹਨੂੰ ਕੀ ਭ੍ਰਿਸ਼ਟ ਕਰ ਲੋਗੇ। ਉਹ ਫਿਰ ਗੁਰੂ ਅੰਗਦ ਸਾਹਿਬ ਜਦੋਂ ਪ੍ਰਗਟ ਹੁੰਦੇ ਨੇ, ਜਿਸ ਤਰ੍ਹਾਂ ਬਾਬੇ ਬਕਾਲੇ ਧੰਨ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋਏ ਤੇ ਬਾਬਾ ਬੁੱਢਾ ਜੀ ਨੇ ਆਖਿਆ ਕੋਈ ਉਪਦੇਸ਼ ਦਿਓ ਇਹਨਾਂ ਨੂੰ, ਸੰਗਤਾਂ ਨੂੰ। ਤੇ ਵੇਖੋ ਗੁਰੂ ਅੰਗਦ ਸਾਹਿਬ ਦੀ ਨਿਮਰਤਾ, ਕਹਿਣ ਲੱਗੇ ਬਾਬਾ ਬੁੱਢਾ ਜੀ ਤੁਸਾਂ ਤੇ ਇੰਨਾ ਚਿਰ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਆ, ਇੰਨਾ ਚਿਰ ਤੁਸੀਂ ਕਰਤਾਰਪੁਰ ਰਹੇ ਹੋ, ਤੇ ਇਸ ਦੇਣ ਦੀ ਤੁਸੀਂ ਦਿਓ ਹਾਂ। ਵਾਹ ਵਾਹ, ਕੋਈ ਤੁਹਾਡੀ ਪਦਵੀ ਥੋੜਾ ਵਾ, ਤੁਹਾਨੂੰ ਬ੍ਰਹਮ ਗਿਆਨ ਬਖਸ਼ਿਆ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਤੁਹਾਨੂੰ ਵਰ ਪ੍ਰਾਪਤ ਆ ਵੀ ਤੈਸੋਂ ਬਾਬਾ ਓਲੇ ਨਾ ਰਹਿ ਸੀ, ਜਹਾਂ ਲੁਕੇਗੇ ਉਹ ਕੱਢ ਲਏਗਾ, ਤੇ ਤੁਸੀਂ ਉਪਦੇਸ਼ ਦਿਓ। ਉੱਥੇ ਫਿਰ ਗੁਰੂ ਅੰਗਦ ਸਾਹਿਬ ਨੇ ਇੱਕ ਸ਼ਲੋਕ ਦਿੱਤਾ ਕਿ ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦਿਓ, ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦਿਓ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰ ਲਿਆ, ਜਿਨ੍ਹਾਂ ਸੰਗਤਾਂ ਨੇ ਗੁਰੂ ਨਾਨਕ ਸਾਹਿਬ ਕੋ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਾਓ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਕੋ ਮੂਲ ਮੰਤਰ ਦੀ ਗੁਰਮੰਤਰ ਦੀ ਦੀਖਿਆ ਲਈ ਹੈ, ਉਹ ਰੱਬ ਨਾਲ ਜੁੜ ਗਏ ਨੇ, ਉਹਨਾਂ ਨੂੰ ਹੁਣ ਸਮਝਾਉਣ ਦੀ ਕੀ ਲੋੜ ਪੈ ਗਈ ਹੈ, ਉਹਨਾਂ ਨੂੰ ਸਿੱਖਿਆ ਦੇਣ ਦੀ ਕੀ ਲੋੜ ਪੈ ਗਈ ਹੈ। ਅੱਜ ਵੇਖੋ ਹੁਣ ਜਣਾ ਖਣਾ ਚੈਨਲਾਂ ਦੇ ਬੈਠੇ ਲੋਕਾਂ ਨੂੰ ਸਮਝਾ ਰਹੇ ਨੇ। ਮੈਂ ਰਾਤੀ ਸੁਣ ਰਿਹਾ ਸੀ ਇੱਕ ਚੈਨਲ, ਉਹ ਪੰਥਪ੍ਰੀਤ ਬੈਠਾ ਸੀ ਤੇ ਕੋਈ ਇੰਟਰਵਿਊ ਦੇਣ ਦਿਆ ਸੀ ਕਿਤੇ। ਮੈਂ ਕਿਹਾ ਇਹਦੇ ਕੋਲ ਤਿੰਨ ਹੀ ਗੱਲਾਂ ਨੇ, ਜੋਤ ਨਹੀਂ ਜਗਾਉਣੀ, ਵਰਤ ਨਹੀਂ ਰੱਖਣੇ, ਹਾਂਜੀ, ਤੇ ਇੱਕ ਹੋਰ ਗੱਲ ਆ ਖੰਡ ਪਾਠ ਨਹੀਂ ਕਰਾਉਣੇ। ਆ ਗਿਆਨ ਵਾ ਸਾਡੇ ਕੋਲ ਅੱਜ। ਨਾਰੀਅਲ ਨਹੀਂ ਰੱਖਣਾ, ਜੋਤ ਨਹੀਂ ਜਗਾਉਣੀ, ਨਾਰੀਅਲ ਨਹੀਂ ਰੱਖਣਾ, ਖੰਡ ਪਾਠ ਨਹੀਂ ਕਰਾਉਣਾ, ਇਹ ਗੱਲਾਂ ਦਾ ਪ੍ਰਚਾਰ ਕਰਦੇ ਫਿਰਦੇ ਲੋਕ। ਉਹ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ, ਜਿਹਨੇ ਗੁਰੂ ਕੋ ਦੀਖਿਆ ਲਈ ਮੰਤਰ ਜਪ ਕਰ ਲਿਆ ਤੇ ਉਹ ਅੰਦਰ ਜੁੜ ਗਿਆ, ਉਹਨੂੰ ਕੀ ਸਿੱਖਿਆ ਦੇਣ ਦੀ ਉਹ ਲੋੜ ਹੈ। ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦਿਓ, ਜਿਹਦਾ ਤੇ ਗੁਰੂ ਨਾਨਕ ਜਾਣ ਦੀ ਕੀ ਲੋੜ ਪੈ ਗਈ ਹੁਣ। ਉਹ ਫਿਰ ਸੰਗਤਾਂ ਨੇ ਦਰਸ਼ਨ ਦਿੱਤੇ ਤੇ ਇਹ ਪਹਿਲਾ ਬਚਨ ਉਹਨਾਂ ਨੇ ਆਖਿਆ ਕਿ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ। ਫਿਰ ਗੁਰੂ ਅੰਗਦ ਸੱਚੇ ਪਾਤਸ਼ਾਹ ਪ੍ਰਗਟ ਹੋ ਜਾਂਦੇ ਨੇ ਤੇ ਸੰਗਤਾਂ ਆਉਣ ਜਾਣ ਲੱਗ ਪਈਆਂ। ਹੁਣ ਜਦੋਂ ਪ੍ਰਗਟ ਹੀ ਹੋ ਗਏ ਤੇ ਸੰਗਤਾਂ ਦੇ ਆਉਣ ਜਾਣ ਵਾਸਤੇ ਫਿਰ ਹੁਣ ਕੋਈ ਲੰਗਰ ਪਾਣੀ ਦਾ ਵੀ ਹੁਣ ਕਿਸੇ ਨੇ 2 ਦਿਨ ਤੋਂ ਚੱਲਿਆ, ਕੋਈ 4 ਦਿਨ ਤੋਂ ਚੱਲਿਆ, ਤੇ ਉਹਨੇ ਆਣ ਕੇ ਉਹ ਲੰਗਰ ਪਾਣੀ ਤਾਂ ਛਕਣਾ ਹੀ ਹੈ। ਫਿਰ ਗੁਰੂ ਅੰਗਦ ਸੱਚੇ ਪਾਤਸ਼ਾਹ ਨੇ ਆਪਣੇ ਧਰਮ ਪਤਨੀ ਦੀ ਡਿਊਟੀ ਲਾਈ ਵੀ ਲੰਗਰ ਦੀ ਜ਼ਿੰਮੇਵਾਰੀ ਤੁਹਾਡੀ ਆ, ਆਈ ਗਈ ਸੰਗਤ ਨੂੰ ਲੰਗਰ ਛਕਾਉਣਾ, ਉਹਨਾਂ ਦੀ ਸੇਵਾ ਕਰਨੀ, ਉਹਨਾਂ ਦੀ ਸੰਭਾਲ ਕਰਨੀ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਉਹ ਫਿਰ ਸੱਤੇ ਬਲਵੰਡ ਨੇ ਐਵੇਂ ਥੋੜਾ ਆਖਿਆ ਸੀ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਪ ਤਰਾਲੀ, ਲੰਗਰ ਦੌਲਤ ਵੰਡੀਏ। ਫਿਰ ਮਾਤਾ ਜੀ ਦੀ ਜ਼ਿੰਮੇਵਾਰੀ ਲੱਗ ਗਈ ਸੀ। ਰਸ ਅੰਮ੍ਰਿਤ ਖੀਰ ਕਿਆਲੀ, ਫਿਰ ਮਾਤਾ ਜੀ ਨੇ ਖੀਰ ਉਹਦੇ ਵਿੱਚ ਘਿਓ ਪਾਉਣਾ, ਸਵਾਦਲੀ ਬਣਾਉਣੀ ਤੇ ਉਹ ਸੰਗਤਾਂ ਨੂੰ ਛਕਾਉਣੀ। ਪਾਤਸ਼ਾਹ ਤਖਤ ਲਾ ਕੇ ਬਹਿੰਦੇ ਨੇ ਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ। ਉਹਨਾਂ ਦੀ ਇੰਨੀ ਕੁ ਜ਼ਿੰਮੇਵਾਰੀ ਆ ਕਿਉਂਕਿ ਉਹਨਾਂ ਦਾ ਇੱਕ ਸੁਭਾਅ ਸੀ, ਉਹਨਾਂ ਨੇ ਸਾਰੀ ਜ਼ਿੰਦਗੀ ਕੋਈ ਲੰਮਾ ਸ਼ਬਦ ਨਹੀਂ ਉਚਾਰਨ ਕੀਤਾ। ਉਹ ਥੋੜਾ ਸਮਾਂ ਬਾਹਰ ਆਉਂਦੇ ਸੀ, ਇੱਕ ਅੱਧਾ ਸ਼ਲੋਕ ਕਹਿ ਕੇ ਤੇ ਫਿਰ ਆਪਣੇ ਉਹਦੀ ਵਿਚਾਰ ਦੇ ਕੇ ਸੰਗਤਾਂ ਦਰਸ਼ਨ ਦੇ ਕੇ ਫਿਰ ਆਪਣੇ ਅੰਦਰ ਚਲੇ ਜਾਂਦੇ ਸੀ। ਉਹਨਾਂ ਦਾ ਸੁਭਾਅ ਸੀ। ਗੁਰੂ ਨਾਨਕ ਸਾਹਿਬ ਨੇ 4 ਕੁੰਟਲ ਭਰਮਣ ਕੀਤਾ ਤੇ ਗੁਰੂ ਅੰਗਦ ਸੱਚੇ ਪਾਤਸ਼ਾਹ ਇੱਕ ਪਿੰਡ 'ਚ ਵੀ ਨਹੀਂ ਪ੍ਰਚਾਰ ਕਰਨ ਗਏ। ਸੁਭਾਅ ਸੀ ਉਹਨਾਂ ਦਾ, ਹਰ ਦਾ ਆਪਣਾ ਹੀ ਸੁਭਾਅ ਆ। ਉਹ ਫਿਰ ਸੰਗਤਾਂ ਆਉਣ ਜਾਣ ਲੱਗ ਪਈਆਂ ਤੇ ਉਹਨਾਂ ਗੁਰੂ ਅੰਗਦ ਸਾਹਿਬ ਨੇ ਸੋਚਿਆ ਵੀ ਇੱਕ ਕੀਮਤੀ ਖਜ਼ਾਨਾ ਸਾਡੇ ਕੋਲ ਵਾ, ਤੇ ਜੇ ਖਜ਼ਾਨਾ ਵੰਡਿਆ ਨਾ ਗਿਆ
ਇਹ ਕਿਸ ਅਰਥ ਰਹਿ ਜਾਊਗਾ? ਕਿਉਂਕਿ ਜਦੋਂ ਗੱਦੀ ਬਖਸ਼ੀ ਤੇ ਫਿਰ ਗੁਰੂ ਅੰਗਦ ਸਾਹਿਬ ਨੇ ਇੱਕ ਬਾਣੀ ਦਾ ਕੀਮਤੀ ਖਜ਼ਾਨਾ ਬਖਸ਼ਿਆ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਲਾਲ ਰਤਨ ਜਾਂ ਕਾ ਕਛੂ ਨ ਮੋਲ, ਭਰੇ ਭੰਡਾਰ ਅਖੁੱਟ ਅਤੋਲ। ਖਾਵੋ ਖਰਚੋ ਰਲ ਮਿਲ ਪਾਈ, ਤੋੜ ਨਾ ਆਵੇ ਵਾਧੋ ਜਾਈ। ਕਹਿਣ ਲੱਗੇ ਹੁਣ ਕੀਮਤੀ ਖਜ਼ਾਨਾ ਸਾਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਮਿਲਿਆ ਹੋਇਆ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਕਲਮ ਨਾਲ ਸਾਰੀ ਬਾਣੀ ਆਪ ਲਿਖੀ ਹੈ। ਏਡੀ ਸਖਤ ਮਿਹਨਤ ਕਰਕੇ ਸੱਚੇ ਪਾਤਸ਼ਾਹ ਨੇ ਬਾਣੀ ਲਿਖੀ। ਉਹ ਫਿਰ ਜਦੋਂ ਗੁਰਿਆਈ ਦੀ ਜ਼ਿੰਮੇਵਾਰੀ ਬਖਸ਼ੀ ਤੇ ਨਾਲ ਪੋਥੀ ਬਖਸ਼ ਦਿੱਤੀ। ਆਖਿਆ ਪੁਰਸ਼ਾ, ਇਹ ਕੀਮਤੀ ਖਜ਼ਾਨਾ, ਇਹ ਰਹਿੰਦੀ ਦੁਨੀਆ ਤੱਕ ਰਹਿਣਾ, ਇਹਨੂੰ ਸੰਭਾਲਣਾ ਹੈ ਤੇ ਇਹਨੂੰ ਗਾਂ ਵੰਡਣਾ ਵਾ। ਇਹ ਜ਼ਿੰਮੇਵਾਰੀ ਲਾਤੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ, ਗੁਰੂ ਨਾਨਕ ਸਾਹਿਬ ਨੇ। ਉਹਨਾਂ ਨੇ ਹੁਣ ਫਿਰ ਕੀਮਤੀ ਖਜ਼ਾਨਾ ਵੰਡਣ ਵਾਸਤੇ ਇੱਕ ਦਿਨ ਸੰਗਤਾਂ ਆਈਆਂ ਡੱਲੇ ਪਿੰਡ ਤੋਂ। ਇਹ ਲੰਮਾ ਇਤਿਹਾਸ ਉਸ ਡੱਲੇ ਪਿੰਡ ਦਾ ਭਾਈ ਗੁਰਦਾਸ ਨੇ ਲਿਖਿਆ ਵੀ ਡੱਲੇ ਵਾਸੀ ਸੰਗਤ ਭਾਰੀ। ਗੁਰੂ ਨਾਨਕ ਸਾਹਿਬ ਨੇ ਇਸ ਪਿੰਡ ਵਿੱਚ ਸਿੱਖੀ ਦਾ ਬੂਟਾ ਲਾਇਆ, ਡੱਲੇ ਪਿੰਡ। ਇਹ ਸੁਲਤਾਨਪੁਰ ਲੋਧੀ ਤੋਂ ਕੋਈ 15 ਨਕੋਦਰ ਵੱਲ ਨੂੰ, ਮਲਸੀਆਂ ਵੱਲ ਨੂੰ। ਉਸ ਪਿੰਡ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਬੂਟਾ ਲਾਇਆ ਤੇ ਗੁਰੂ ਨਾਨਕ 6ਵੇਂ ਪਾਤਸ਼ਾਹ ਤੱਕ 72 ਬ੍ਰਹਮ ਗਿਆਨੀ ਸੰਤ ਉਸ ਪਿੰਡ ਵਿੱਚ ਪੈਦਾ ਹੋ ਗਏ। ਹੁਣ ਤਾਂ ਕਹਿੰਦੇ ਕੋਈ ਸੰਤ ਹੈ, ਗੁਰੂ ਨੂੰ ਕਿਹਾ ਜਾਂਦਾ। ਬ੍ਰਹਮ ਗਿਆਨੀ ਆਪ ਪਰਮੇਸ਼ਰ ਵਾਹੇ। ਬ੍ਰਹਮ ਗਿਆਨੀ ਕੋਈ ਬੰਦਾ ਥੋੜਾ ਹੁੰਦਾ, ਪਰਮੇਸ਼ਰ ਹੁੰਦਾ ਬ੍ਰਹਮ ਗਿਆਨੀ। ਕੈਸੀਆਂ ਬਾਤਾਂ ਹੋ ਰਹੀਆਂ। ਚਲੋ ਅਣਮਤੀਏ ਤੇ ਗੁਰਬਾਣੀ ਦੀ ਗਲਤ ਵਿਆਖਿਆ ਕਰਨ, ਆ ਸਾਡੇ ਲੋਕੀ ਸਿੱਖ ਵੀ ਗਲਤ ਵਿਆਖਿਆ ਕਰਨ ਲੱਗ ਪਏ ਬਾਣੀ ਦੀ। ਕਿਤੇ ਨਾ ਮੁਸਲਮਾਨ ਦਰਵੇਸ਼ ਬੈਠੇ ਸੀ, 100 ਦਰਵੇਸ਼ ਬੈਠਾ ਤੇ ਵਿਚਾਰ ਗੋਸ਼ਟ ਚੱਲਣ ਦਈ। ਇਹ ਪੁਰਾਣੇ ਸਮੇਂ 'ਚ ਝੁੰਡ ਹੁੰਦੇ ਸੀ ਸਾਧੂਆਂ ਦੇ, ਗੜ ਹੁੰਦੇ ਸੀ ਸਾਧੂਆਂ ਦੇ। ਉੱਥੇ ਸਾਧੂਆਂ ਨੂੰ ਬਹਿ ਕੇ ਤਪੱਸਿਆ ਕਰਨੀ, ਇੱਕ ਦੂਜੇ ਦੇ ਰੀਸ ਕਰਨੀ, ਵੱਧ ਤੋਂ ਵੱਧ ਸਿਮਰਨ ਪਾਠ ਪੂਜਾ ਕਰਨੀ। 100 ਦਰਵੇਸ਼ ਬੈਠਾ ਮੁਸਲਮਾਨਾਂ ਦਾ ਤੇ ਸਵਾਲ ਖੜਾ ਕਰਦਾ ਵੀ ਇਸਲਾਮ ਨੂੰ ਕਿਸ ਗੱਲ ਤੋਂ ਖਤਰਾ ਵਾ। ਇੱਕ ਸਵਾਲ ਸੀ ਤੇ ਸਾਰਿਆਂ ਨੇ ਆਪੋ ਆਪਣੀਆਂ ਰਾਇਆਂ ਦਿੱਤੀਆਂ ਵੀ ਜਦੋਂ ਮੁਸਲਮਾਨ ਦਾ ਸਿਦਕ ਡੋਲ ਜੇ, ਕੋਈ ਆਖੇ ਕੁਛ ਹੋ ਜੇ, ਜਦੋਂ ਮੁਸਲਮਾਨ ਨਮਾਜ਼ ਨਾ ਪੜ੍ਹੇ ਤਾਂ ਵੀ ਖਤਰਾ। ਸਾਰੇ ਵਿਚਾਰਾਂ ਦਿੱਤੀਆਂ, ਪਰ ਇੱਕ ਸਭ ਤੋਂ ਵੱਧ ਦਰਵੇਸ਼ ਸੀ, ਉਹਨੇ ਆਖਿਆ ਠੀਕ ਹੈ, ਪਰ ਸਭ ਤੋਂ ਵੱਧ ਖਤਰਾ ਸਾਡੇ ਧਰਮ ਨੂੰ, ਇਸਲਾਮ ਨੂੰ ਕਿੱਥੋਂ ਆ? ਜਦੋਂ ਕੋਈ ਕੁਰਾਨ ਸ਼ਰੀਫ ਦੀ ਗਲਤ ਵਿਆਖਿਆ ਕਰੇ। ਤੇ ਅੱਜ ਤੇ ਸਾਡੇ ਗਿਆਨੀ ਟੋਟਲੀ ਗਲਤ ਵਿਆਖਿਆ ਕਰਦੇ ਨੇ, ਤੇ ਫਿਰ ਸਾਡੇ ਧਰਮ ਨੂੰ ਖਤਰਾ ਨਹੀਂ ਤੇ ਹੋਰ ਕੀ ਹੈ? ਹਰ ਬੰਦਾ ਆਪਣੀ ਸੋਚ ਨੂੰ ਰੱਖ ਕੇ ਗੁਰਬਾਣੀ ਦੀ ਵਿਆਖਿਆ ਕਰਨ ਦਿਆ। ਉਹ ਫਿਰ ਮੈਂ ਕਹਿ ਰਿਹਾ ਸੀ ਉਸ ਪਿੰਡ ਵਿੱਚੋਂ ਸੰਗਤ ਆਈ। ਮੈਂ ਕਹਿ ਰਿਹਾ ਸੀ ਉਹ 72 ਬ੍ਰਹਮ ਗਿਆਨੀ ਹੋਏ ਉਸ ਪਿੰਡ ਦੇ ਵਿੱਚ। ਉਹਨਾਂ ਦੇ ਵਿੱਚੋਂ ਕੋਈ ਬਹੁਤੇ ਗੁਰਸਿੱਖ ਗੁਰੂ ਅੰਗਦ ਸਾਹਿਬ ਦੇ ਕੋਲ ਆਣ ਕੇ ਬ੍ਰਹਮ ਗਿਆਨੀ ਬਣੇ। ਅੱਗੇ ਚੱਲ ਕੇ ਆਪਾਂ ਉਹਨਾਂ ਦੀ ਵਿਆਖਿਆ ਕਰਾਂਗੇ ਉਹਨਾਂ ਬ੍ਰਹਮ ਗਿਆਨੀਆਂ ਦੀ। ਮੈਂ ਕਹਿ ਰਿਹਾ ਇਹ ਲੋਕੀ ਕਹਿੰਦੇ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਤੇ ਸੰਤ ਹੈ, ਗੁਰੂ ਨੂੰ ਕਿਹਾ ਗਿਆ। ਉਹ ਗੁਰੂ ਸੰਤ ਨਹੀਂ ਹੈ, ਗੁਰੂ ਮਾਂ ਵਾ। ਮਾਂ ਕੋਈ ਪੁੱਤ ਥੋੜਾ ਹੁੰਦੀ ਆ, ਮਾਂ ਵਿੱਚੋਂ ਪੁੱਤ ਪੈਦਾ ਹੋਣੇ। ਜੇ ਬਾਣੀ ਸੰਤ ਨਹੀਂ ਪੈਦਾ ਕਰ ਸਕਦੀ, ਬ੍ਰਹਮ ਗਿਆਨੀ ਨਹੀਂ ਪੈਦਾ ਕਰਦੀ, ਉਹ ਮਾਂ ਤੇ ਫਿਰ ਬਾਂਝ ਮਾਂ ਹੋ ਗਈ। ਬਾਣੀ ਨੂੰ ਪੜ੍ਹਨ ਵਾਲਾ ਹੀ ਕੋਈ ਸੰਤ ਬਣ ਸਕਦਾ, ਬਾਣੀ ਨੂੰ ਪੜ੍ਹਨ ਵਾਲਾ ਕੋਈ ਬ੍ਰਹਮ ਗਿਆਨੀ ਬਣ ਸਕਦਾ। ਤੇ ਤੁਸੀਂ ਕਹਿੰਦੇ ਬ੍ਰਹਮ ਗਿਆਨੀ ਕੋਈ ਹੁੰਦਾ ਹੀ ਨਹੀਂ, ਸੰਤ ਕੋਈ ਹੁੰਦਾ ਹੀ ਨਹੀਂ। ਇਹਦਾ ਮਤਲਬ ਤੁਹਾਡੀ ਮਾਂ ਬਾਂਝ ਮਾਂ ਵਾ, ਜਿਹੜਾ ਕੋਈ ਜੰਮਦੀ ਨਹੀਂ ਹੈ। ਨਹੀਂ, ਅੱਜ ਵੀ ਗੁਰੂ ਕੇ ਸਿੱਖ ਰੱਬ ਨਾਲ ਜੁੜੇ ਹੋਏ ਹੈਗੇ ਨੇ ਬਥੇਰੇ ਧਰਤੀ ਤੇ। ਤੁਹਾਡੇ ਵਾਸਤੇ ਨਹੀਂ ਹੈ। ਤੁਸੀਂ 2 ਸਾਲ ਦਾ ਕੋਰਸ ਕਰਕੇ ਤੇ ਸਟੇਜਾਂ 'ਤੇ ਬਹਿ ਕੇ ਕਥਾ ਪੈ ਕਰਦੇ ਹੋ। ਤੁਹਾਡੇ ਵਾਸਤੇ ਤਾਂ ਕੁਛ ਵੀ ਨਹੀਂ ਹੈ। ਤੁਹਾਡੇ ਵਾਸਤੇ ਤਾਂ ਦਿਮਾਗ ਹੀ ਆ। ਇਹਨੂੰ ਹੀ ਖੋਲੋ, ਕਹਿੰਦੇ ਖੋਲ ਕੇ ਵੇਖ ਲਓ, ਇਹਦੇ 'ਚ ਕੱਖ ਵੀ ਨਹੀਂ ਹੈ। ਨਾਸਤਿਕਤਾ ਤੋਂ ਇਲਾਵਾ ਹੋਰ ਇਹਦੇ 'ਚ ਕੀ ਆ? ਕੱਖ ਵੀ ਨਹੀਂ ਹੈ। ਉਹ ਫਿਰ ਉਸ ਪਿੰਡ ਵਿੱਚੋਂ ਸੰਗਤ ਆਈ ਦਰਸ਼ਨ ਕਰਨ ਵਾਸਤੇ
ਤੇ ਮੈਂ ਕਹਿ ਰਿਹਾ ਸੀ ਗੁਰੂ ਅੰਗਦ ਸਾਹਿਬ ਨੇ ਸੋਚਿਆ ਵੀ ਹੁਣ ਕੀਮਤੀ ਖਜ਼ਾਨਾ ਕਿਵੇਂ ਵੰਡਿਆ ਜਾਵੇ। ਉਹਦੇ ਵਿੱਚ ਇੱਕ ਸਿੱਖ ਆਇਆ ਜਿਹਦਾ ਨਾਂ ਭਾਈ ਗੁਰਦਾਸ ਨੇ ਲਿਖਿਆ, ਬੂਲਾ ਪਾਂਦਾ ਪਾਂਦਾ ਬੂਲਾ ਜਾਣੀਏ ਗੁਰਬਾਣੀ ਗਾਏ ਲਿਖਾਰੀ। ਇਹ ਪੜ੍ਹਨਾ ਲਿਖਣਾ ਜਾਣਦਾ ਸੀ। ਗੁਰੂ ਅੰਗਦ ਸੱਚੇ ਪਾਤਸ਼ਾਹ ਨੇ ਫਿਰ ਭਾਈ ਬੱਲੂ ਦੀ ਬੂਲਾ ਬੱਲੂ ਨਹੀਂ ਬੂਲਾ ਲਿਖਿਆ ਭਾਈ ਗੁਰਦਾਸ ਨੇ। ਭਾਈ ਬੂਲੇ ਦੀ ਡਿਊਟੀ ਲਾਈ, ਮਹਾਰਨੀ ਸਿਖਾਉਣੀ ਆ, ਤੁਸਾਂ ਬੱਚਿਆਂ ਨੂੰ ਗੁਰਬਾਣੀ ਸਿਖਾਉਣੀ ਆ। ਇਹ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ 'ਚ ਕੀਰਤਨ ਵੀ ਕਰਦਾ ਸੀ। ਪਾਂਦਾ ਬੱਲੂ ਜਾਣੀਏ ਗੁਰਬਾਣੀ ਗਾਏ ਲਖੇਰੀ। ਇਹਦੀਆਂ ਦੋ ਜ਼ਿੰਮੇਵਾਰੀਆਂ ਸੀ। ਇੱਕ ਤੇ ਆਸਾ ਦੀ ਵਾਰ ਕਰਦਾ ਸੀ ਸਵੇਰੇ ਉੱਠ ਕੇ ਗੁਰੂ ਅੰਗਦ ਸਾਹਿਬ ਦੇ ਸਨਮੁਖ ਬੈਠ ਕੇ, ਤੇ ਦੂਸਰਾ ਦਿਨੇ ਬੱਚਿਆਂ ਨੂੰ ਇਹ ਊੜਾ ਐੜਾ ਤੇ ਮਹਾਰਨੀ ਸਿਖਾਉਂਦਾ ਹੁੰਦਾ ਸੀ ਤੇ ਗੁਰਬਾਣੀ ਸਿਖਾਉਂਦਾ ਸੀ, ਤੇ ਛੋਟੇ ਛੋਟੇ ਜਪਜੀ ਸਾਹਿਬ ਦੇ ਗੁੜਕੇ ਲਿਖ ਕੇ ਆਸਾ ਦੀ ਸ਼ਬਦ ਲਿਖ ਕੇ ਸੰਗਤਾਂ ਨੂੰ ਦਿੰਦਾ ਸੀ। ਇਹਦੀ ਜ਼ਿੰਮੇਵਾਰੀ ਸੀ ਭਾਈ ਬੱਲੂ ਦੀ, ਬੂਲੇ ਦੀ। ਤੁਸੀਂ ਖਡੂਰ ਸਾਹਿਬ ਜਾਓ, ਉੱਥੇ ਇੱਕ ਗੁਰਦੁਆਰਾ ਵਾ ਤਪ ਸਥਾਨ ਤਪਿਆਣਾ ਸਾਹਿਬ, ਜਿੱਥੇ ਗੁਰੂ ਅੰਗਦ ਸਾਹਿਬ ਤਪ ਕਰਦੇ ਹੁੰਦੇ ਸੀ। ਜਦੋਂ ਇੱਧਰੋਂ ਵਿਹਲੇ ਹੋ ਜਾਣਾ ਨਾ ਘਰ ਤੋਂ ਸੰਗਤਾਂ ਤੋਂ, ਤੇ ਸ਼ਹਿਰੋਂ ਕਸਬੇ ਤੋਂ ਦੂਰ ਇੱਕ ਜਗ੍ਹਾ ਵਾ, ਉਹਨੂੰ ਕਹਿੰਦੇ ਤਪਿਆਣਾ ਸਾਹਿਬ। ਉੱਥੇ ਬੈਠ ਕੇ ਮਹਾਰਾਜ ਤਪ ਕਰਦੇ ਹੁੰਦੇ ਸੀ। ਉੱਥੇ ਇੱਕ ਸਮਾਧ ਬਣੀ ਹੋਈ ਆ ਗੁਰਦੁਆਰੇ ਦੇ ਨਾਲ ਹੀ, ਉੱਥੇ ਲਿਖਿਆ ਭਾਈ ਬਾਲੇ ਵਾਲੀ ਸਮਾਧ। ਹੋ ਸਕਦਾ ਉਹ ਭਾਈ ਬੱਲੂ ਦੀ ਸਮਾਧ ਹੋਵੇ। ਉਦਾਂ ਤਾਂ ਵੈਸੇ ਸਮਾਧ ਗੁਰਦੁਆਰੇ 'ਚ ਕੋਈ ਚਾਹੀਦੀ ਨਹੀਂ ਹੈ, ਚਲੋ ਪੁਰਾਤਨ ਕਿਸੇ ਨੇ ਬਣਾ ਛੱਡੀ ਬਾਬੇ ਕਾਰ ਸੇਵਾ ਵਾਲਿਆਂ ਨੇ, ਚਾਹੀਦੀ ਨਹੀਂ ਵੈਸੇ ਉਹ ਫਿਰ ਗੁਰੂ ਅੰਗਦ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਡਿਊਟੀ ਲਾਈ ਭਾਈ ਬੂਲਾ ਦੀ, ਵੀ ਤੁਸਾਂ ਬੱਚਿਆਂ ਨੂੰ। ਫਿਰ ਉਹਨਾਂ ਨੇ ਮਹਾਰਨੀ ਗੁਰੂ ਅੰਗਦ ਸਾਹਿਬ ਨੇ ਆਪ ਲਿਖ ਕੇ ਦਿੱਤੀ, ਊੜਾ ਐੜਾ। ਤੁਸੀਂ ਅੱਜ ਵੀ ਇਤਿਹਾਸ ਵਿੱਚੋਂ ਉਹ ਅੱਖਰ ਲੱਭ ਸਕਦੇ ਹੋ ਜਿਹੜੇ ਗੁਰੂ ਅੰਗਦ ਸਾਹਿਬ ਨੇ ਪਹਿਲੀ ਵਾਰੀ ਲਿਖ ਕੇ ਸਲੇਟ ਉੱਤੇ ਜਾਂ ਆਪਣੇ ਫੱਟੀ ਉੱਤੇ ਲਿਖ ਕੇ ਦਿੱਤੇ ਸੰਗਤਾਂ ਨੂੰ। ਇਸ ਤਰ੍ਹਾਂ ਖਡੂਰ ਸਾਹਿਬ ਦੀ ਧਰਤੀ ਉੱਤੇ ਹੁਣ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਆਪ ਵੀ ਬੱਚਿਆਂ ਨੂੰ ਬਾਣੀ ਸਿਖਾਉਂਦੇ ਨੇ ਤੇ ਲਿਖ ਕੇ ਵੀ ਬੱਚਿਆਂ ਨੂੰ ਦਿੰਦੇ ਨੇ, ਕਿਉਂਕਿ ਕੰਮ ਬੜਾ ਵੱਡਾ ਵਾ। ਇਹ ਉਹ ਸਮਾਂ ਸੀ ਜਦੋਂ ਧਰਤੀ ਉੱਤੇ ਕੋਈ ਸਕੂਲ ਨਹੀਂ ਸੀ ਹੁੰਦਾ। ਅੱਜ ਤੇ ਹੁਣ ਪਿੰਡ ਵਿੱਚ 3-3 ਸਕੂਲ ਪੈ ਗਏ ਹਰ ਪਿੰਡ ਵਿੱਚ। ਉਸ ਸਮੇਂ ਇਹ ਕਾਰਜ ਕਰਨਾ ਕਿੱਡਾ ਕੁ ਮੁਸ਼ਕਲ ਸੀ, ਜਦੋਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਊੜਾ ਹੈ ਕੀ ਆ, ਕਿਵੇਂ ਉਚਾਰਨ ਕਰਨਾ। ਉਸ ਸਮੇਂ ਫਿਰ ਇਹ ਕਾਰਜ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸਭ ਤੋਂ ਪਹਿਲਾ ਕਾਰਜ ਕੀਤਾ ਵੀ ਉਹ ਜਿਹੜਾ ਗੁਰੂ ਨਾਨਕ ਸਾਹਿਬ ਨੇ ਕੀਮਤੀ ਖਜ਼ਾਨਾ ਗੁਰਬਾਣੀ ਦਾ ਦਿੱਤਾ ਸੀ, ਉਹ ਸੰਗਤਾਂ ਨੂੰ ਵੰਡਣ ਵਾਸਤੇ ਮਾਰਨ ਫਿਰ ਬੱਚਿਆਂ ਨੂੰ ਇਕੱਠਿਆਂ ਕੀਤਾ, ਤੇ ਉਹਨਾਂ ਨੂੰ ਫਿਰ ਇਹ ਨਾਲ ਭਾਈ ਬੱਲੂ ਦੀ ਡਿਊਟੀ ਲਾਈ। ਇੱਕ ਹੋਰ ਗੱਲ ਹੈ ਕਿ ਅਸੀਂ ਜਿਹੜੀ ਮਾਰਨੀ ਪੜ੍ਹਦੇ ਆ ਨਾ ਕਿ ਊੜਾ ਐੜਾ, ਅਸਲ 'ਚ ਊੜਾ ਨਹੀਂ ਆ, ਐੜਾ ਨਹੀਂ ਆ, ਇਹਦਾ ਆ ਵਾ। ਇਹ ਸਾਰੇ ਸ਼ਬਦ ਜਿਹੜੇ ਹਿੰਦੀ ਦੇ ਸ਼ਬਦ ਨੇ, ਆ ਓ ਏ ਈ। ਈੜੀ ਨਹੀਂ ਸੀ, ਈੜੀ ਉਹਦਾ ਨਾਂ ਰੱਖਿਆ ਪਰ ਉਹਦੀ ਆਵਾਜ਼ ਈੜੀ ਨਹੀਂ ਹੈ। ਏ ਈੜੀ ਥੋੜਾ ਬੋਲ ਸਕਦੇ ਅਸੀਂ ਬੋਲਦੇ ਹਾਂ ਊੜਾ, ਊੜਾ ਨਹੀਂ। ਊੜਾ ਉਹਦਾ ਨਾਮ ਆ ਪਰ ਉਹਦੀ ਆਵਾਜ਼ ਕੀ ਆ? ਆਵਾਜ਼ ਆ ਓ। ਜਿਹਨੂੰ ਅਸੀਂ ਐੜਾ ਬੋਲਦੇ ਆ ਉਹਦੀ ਆਵਾਜ਼ ਕੀ ਆ? ਆ। ਹਿੰਦੀ ਦਾ ਸ਼ਬਦ ਆ ਤੇ ਪੰਜਾਬੀ ਦਾ ਸ਼ਬਦ ਵੀ ਆ ਵਾ। ਊੜਾ ਓ। ਊੜਾ ਨਹੀਂ ਸੀ ਬੋਲਣਾ। ਜਦੋਂ ਕਿਸੇ ਚੀਜ਼ ਨੂੰ ਲਿਖਿਆ ਪੜ੍ਹਨਾ ਤੇ ਕਿਵੇਂ ਬੋਲਣਾ? ਓ ਏ। ਈੜੀ ਨਹੀਂ ਬੋਲਣਾ। ਏ ਈੜੀ ਏ ਨਾ ਉਹਦਾ ਈੜੀ ਆ, ਆਵਾਜ਼ ਉਹਦੀ ਕੀ ਆ? ਏ। ਜਿਹਨੂੰ ਇਹ ਕਹਿੰਦੇ ਸੱਸਾ, ਸੱਸਾ ਉਹਦਾ ਨਾਮ ਆ ਪਰ ਆਵਾਜ਼ ਉਹਦੀ ਕੀ ਆ? ਸਾ। ਹਿੰਦੀ ਦਾ ਸਾ, ਉਧਰ ਪੰਜਾਬੀ ਦਾ ਸਾ। ਇੱਕ ਹੋਰ ਗੱਲ ਹੈ, ਹੁਣ ਕਈ ਲੋਕੀ ਬੜੇ ਇਹ ਜੀ ਹਿੰਦੀ ਉਹਨਾਂ ਦੀ ਬੋਲੀ ਆ, ਸਾਡੀ ਪੰਜਾਬੀ ਬੋਲੀ ਨਹੀਂ, ਇੱਦਾਂ ਦੀਆਂ ਨਹੀਂ ਗੱਲਾਂ ਕਰਨੀਆਂ ਚਾਹੀਦੀਆਂ। ਇਹ ਵੇਖੋ ਇੱਕ ਹੋਰ ਗੱਲ ਹੈ, ਗੁਰਬਾਣੀ ਦੀ ਜਿਹੜੀ ਲਿਖਣ ਸ਼ੈਲੀ ਆ ਉਹ ਹਿੰਦੀ ਹੈ। ਅਸੀਂ ਪੰਜਾਬੀ 'ਚ ਹਾਥੀ ਬੋਲਦੇ ਹਾਂ ਤੇ ਬਾਣੀ 'ਚ ਹਾਥੀ ਲਿਖਿਆ ਹੀ ਨਹੀਂ ਕਿਤੇ। ਹਸਤੀ ਲਿਖਿਆ, ਗੱਜ ਲਿਖਿਆ, ਇਹ ਸਾਰੇ ਹਿੰਦੀ ਦੇ ਸ਼ਬਦ ਨੇ। ਹਾਂ, ਬਾਬਾ ਫਰੀਦ ਜੀ ਨੇ ਠੇਠ ਪੰਜਾਬੀ ਵਰਤੀ ਆ। ਫਰੀਦਾ ਰੁਖੀ
ਕੇ ਇਹ ਠੇਠ ਪੰਜਾਬੀ ਆ। ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ, ਬੁੱਢਾ ਹੋਆ ਸ਼ੇਖ ਫਰੀਦ। ਇਹ ਠੇਠ ਪੰਜਾਬੀ ਆ। ਜਿਹੜੀ ਗੁਰਾਂ ਨੇ ਗੁਰਬਾਣੀ ਲਿਖੀ ਆ ਉਹਦੀ ਲਿਖਣ ਸ਼ੈਲੀ ਜਿਹੜੀ ਉਹ ਹਿੰਦੀ ਹੈ। ਇੱਕ ਹੋਰ ਗੱਲ ਹੈ, ਮੈਂ ਕਹਿ ਫਿਰ ਅੱਗੇ ਤੋਰਾਂਗੇ ਗੱਲ, ਕਿ ਗੁਰਬਾਣੀ ਵਿੱਚ ਅਦਕ ਨਹੀਂ ਹੈ। ਕਿਉਂ? ਕਦੀ ਕਿਸੇ ਨੇ ਖਿਆਲ ਕੀਤਾ? ਮਹੱਲਾ, ਮੁਸੱਲਾ, ਇਹ ਸਾਰੇ ਸ਼ਬਦ ਜਿਹੜੇ ਅਦਕ ਲਾ ਕੇ ਬੋਲੇ ਜਾਂਦੇ ਨੇ। ਚਲੋ ਮੈਂ ਐਡਾ ਗਿਆਨੀ ਤੇ ਹੈ ਨਹੀਂ, ਨਾ ਅਦਕਾਂ ਕੰਨਿਆ ਬੰਨਿਆ ਦਾ, ਨਾ ਮੈਂ ਇਹਨਾਂ 'ਚ ਬਹੁਤਾ ਵਿਸ਼ਵਾਸ ਹੀ ਰੱਖਦਾ। ਇਹ ਤੇ ਮਾੜਾ ਮੋਟ ਹੁੰਦਾ, ਪਹਿਲੋਂ ਕਰ ਲਓ ਕਿ ਮੁੜ ਕੇ ਸਾਰੀ ਜ਼ਿੰਦਗੀ ਕੰਨੇ ਬੰਨੇ ਉਚਾਰਨ ਕਰੀ ਜਾਓ। ਬੁੱਢੇ ਹੋ ਗਏ ਸਾਡੀ ਕੌਮ ਦੇ ਗਿਆਨੀ, ਊੜਾ ਐੜਾ ਹੀ ਪੜ੍ਹਾਈ ਜਾਂਦੇ ਲੋਕਾਂ ਨੂੰ ਅਜੇ। ਠੀਕ ਆ, ਥੋੜਾ ਜਿਹਾ ਮਨ ਸਮਝਾਉਣ ਕਾਰਨੇ ਕਛੂ ਕੁ ਪੜੀਏ ਬਿਆਨ, ਪਰ ਜੋ ਗਿਆਨ ਨੇ ਕਿਹਾ ਉਹ ਕਰੋ। ਕਿ ਹੁਣ ਤੁਸੀਂ ਇੱਥੇ ਮੇਰੇ ਕੋਲ ਇੱਕ ਗਿਆਨੀ ਆ ਗਿਆ, ਐ ਬਾਬਾ ਜੀ ਇਹ ਅਮੁੱਲ ਗੁਣ ਮੁੱਲ ਪਾਰ ਮੁੱਲ ਪਾਰ, ਇੱਥੇ ਹੈਂਕੜ ਲਿਖਿਆ, ਇੱਥੇ ਹੁਸ਼ਿਆਰੀ ਲਿਖੀ ਆ। ਮੈਂ ਤੁਹਾਡੀ ਉਮਰ ਕਿੰਨੀ ਆ? 70 ਸਾਲ ਹੈ। ਮੈਂ ਕਿਹਾ ਇਹ ਉਮਰ ਨਹੀਂ ਗਾ ਕੰਨੇ ਬੰਨੇ ਵੇਖਣ ਦੀ। ਇਹ ਜਿਹੜਾ ਉਹ ਫੱਟਾ ਮੜੀਆਂ 'ਚ ਪਿਆ ਉਹਨੂੰ ਵੇਖੋ, ਕਿੱਲ ਕੁੱਲ ਲੱਗੇ ਆ। ਗਾਂ ਦੀ ਤਿਆਰੀ ਕਰੋ ਕਿ ਹੁਣ ਤੁਸੀਂ ਬੁੱਢੇ ਬਾਰੇ ਇਹੋ ਕੰਮ ਕਰਨੇ। ਇਹ ਤਾਂ ਹੁੰਦਾ ਸ਼ੁਰੂਆਤ 'ਚ ਮਾੜਾ ਸਮਝ ਲਓ, ਤੇ ਫਿਰ ਸਮਝ ਕੇ ਉਹਨੂੰ ਜ਼ਿੰਦਗੀ 'ਚ ਕਮਾਓ ਭਾਈ। ਮੈਂ ਕਹਿ ਰਿਹਾ ਸੀ ਵੀ ਅਦਕ ਕਿਉਂ ਨਹੀਂ ਆ ਗੁਰਬਾਣੀ ਵਿੱਚ? ਹੋ ਸਕਦਾ ਕੋਈ ਕਿੰਤੂ ਪਰੰਤੂ ਮੇਰੀ ਗੱਲ ਤੇ ਕਰੇ। ਜੋ ਮੈਨੂੰ ਸਮਝ ਆਈ ਆ ਕਿ ਹਿੰਦੀ ਵਿੱਚ ਅਦਕ ਨਹੀਂ ਲਿਖਿਆ ਜਾਂਦਾ। ਜਿਹੜੀ ਗੁਰਬਾਣੀ ਹੈ ਹਿੰਦੀ ਲਿਖਣ ਸ਼ੈਲੀ ਹੈ। ਗੁਰੂਆਂ ਨੇ ਤੇ ਵਿਤਕਰਾ ਕੀਤਾ ਹੀ ਨਹੀਂ ਕਿਤੇ। ਗੁਰੂ ਗ੍ਰੰਥ ਸਾਹਿਬ 'ਚ ਮਰਾਠੀ ਆ। ਉਹ ਜਿਹੜਾ ਤੁਸੀਂ ਸ਼ਬਦ ਨਹੀਂ ਪੜ੍ਹਦੇ, ਪਹਿਲ ਪੁਰੀਏ ਪੁੰਡਰਕ ਵਨਾ ਤਾਂ ਜੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ। ਪਹਿਲ ਪੁਰਸਾਬਰਾ ਥੋਨ ਪੁਰਸਾ ਦੰਬਰਾ, ਅਸਗਾ ਅਸ ਉਸਗਾ ਹਰ ਕਾ ਬਾਗਰਾ, ਨਾਚੇ ਪਿੰਦੀ ਮੇਂ ਸਾਗਰਾ। ਤਰਕ ਨਾ ਚਾ ਭਰਮੀਆਂ ਚਾ, ਕੇਸਵਾ ਬਚਾਉਣੀ ਆਈਏ ਮਈ ਆਨ ਏਕ ਜੀਵ। ਇਹ ਮਰਾਠੀ ਹੈ। ਪਿੰਦੀ ਉਪਕਲੇ ਸੰਸਾਰਾ ਪਰੰਪਰਾ ਆਏ ਤੁਮਚੇ ਦੁਆਰਾ, ਤੂੰ ਕੋ ਨਰੇ ਮੈਂ ਜੀ ਨਾਮਾ ਹਉ ਜੀ, ਆਲਾ ਤੇ ਨਵਾਰਨਾ ਜਮ ਕਾਰਨਾ। ਇਹ ਮਰਾਠੀ ਹੈ। ਤੇ ਉਹ ਜਿਹੜਾ ਤੁਸੀਂ ਪਦਾ ਪੜ੍ਹਦੇ ਹੋ ਉਹ ਬੰਗਾਲੀ ਆ। ਪਰਮਾਦ ਪੁਰਖ ਮਨੋ ਪਿਮੰ ਸਤਿਆਦ ਪਵਰਤੰ ਪਰਮਦ ਭੁੱਤੰ ਪਰਕਿਰਤੰ, ਇਹ ਬੰਗਾਲੀ ਆ। ਤੇ ਗੁਰੂ ਨੇ ਤੇ ਵਿਤਕਰੇ ਮਿਟਾਏ ਆ, ਤੇ ਅਸੀਂ ਵਿਤਕਰੇ ਪਾ ਕੇ ਬਹਿ ਗਏ ਆ। ਇਹਦੇ ਵਿੱਚ ਸਿੰਧ ਦੀ ਵੀ ਹੈਗੀ ਆ, ਉਹ ਜਿਹੜਾ ਕਹਿੰਦੇ ਨੇ ਸਿੰਧੀ ਵੀ ਇਹਦੇ ਵਿੱਚ ਹੈਗੀ ਗੁਰੂ ਗ੍ਰੰਥ ਸਾਹਿਬ ਵਿੱਚ। ਦੱਖਣੇ ਮਹੱਲਾ ਪੰਜਵਾਂ, ਤੂੰ ਚੋ ਛੱਡਣ ਮੈਂਡਿਆ ਡਈ ਸਿਸ ਉਤਾਰ, ਇਹ ਇੱਧਰ ਦੀ ਬੋਲੀ ਆ। ਤੇ ਵੀ ਹੈਗੀ ਆ ਗੁਰੂ ਗ੍ਰੰਥ ਸਾਹਿਬ ਵਿੱਚ। ਉਹ ਜਿਹੜੇ ਤੁਸੀਂ ਜਿਹੜਾ ਪੜ੍ਹਦੇ ਗਰਭ ਗੈਲੜੋ ਮੂਰੜੋ ਹਿਓ ਰੇ ਹਿਓ ਮੈਂ ਰਾਜਰੀ ਮਾਇਓ, ਇਹ ਹੁਣ ਰਾਜਸਥਾਨੀ ਆ। ਗੁਰੂਆਂ ਨੇ ਤਾਂ ਕੋਈ ਵਿਤਕਰਾ ਛੱਡਿਆ ਹੀ ਨਹੀਂ। ਜਾਤਾਂ ਪਾਤਾਂ ਨੂੰ ਇਕੱਠਿਆਂ ਕਰਕੇ, ਬੋਲੀਆਂ ਭਾਸ਼ਾਵਾਂ ਨੂੰ ਇਕੱਠਿਆਂ ਕਰਕੇ ਇੱਕ ਕੀਤਾ ਸੀ। ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਅਸੀਂ ਉੱਥੇ ਦੇ ਉੱਥੇ ਫੇਰ ਫਸੇ ਹੋਏ ਆ। ਇਹ ਜਾਤਾਂ 'ਚ ਹੀ ਫਸੇ ਆ, ਬੋਲੀਆਂ 'ਚ ਹੀ ਫਸੇ ਹੋਏ ਆ। ਠੀਕ ਆ, ਬੋਲੀ ਹੁੰਦੀ ਇਲਾਕੇ ਦੀ। ਪਰ ਮੈਂ ਕਹਿ ਰਿਹਾ ਸੀ ਜਿਸ ਤਰ੍ਹਾਂ ਹਿੰਦੀ ਵਿੱਚ ਅਦਕ ਨਹੀਂ ਹੈ, ਉੱਥੇ ਅੱਧਾ ਅੱਖਰ ਬੋਲਿਆ ਜਾਂਦਾ ਅਦਕ ਦੇ ਥਾਂ ਤੇ। ਗੁਰਬਾਣੀ ਵਿੱਚ ਵੀ ਅਦਕ ਨਹੀਂ ਹੈ। ਇਹਦੀ ਲਿਖਣ ਸ਼ੈਲੀ ਹਿੰਦੀ ਹੈ। ਇਹਦੇ 'ਚ ਪੰਜਾਬੀ ਦੇ ਬਹੁਤ ਘੱਟ ਸ਼ਬਦ ਨੇ, ਹਿੰਦੀ ਦੇ ਬਹੁਤੇ ਸਾਰੇ ਸ਼ਬਦ ਨੇ ਗੁਰਬਾਣੀ ਦੇ ਵਿੱਚ। ਉਹ ਫਿਰ ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਨੇ ਉਸ ਸਮੇਂ ਏਡਾ ਵੱਡਾ ਕਾਰਜ ਕੀਤਾ। ਬੱਚਿਆਂ ਨੂੰ ਇਹ ਊੜਾ ਅੜਾ ਲਿਖ ਕੇ ਦਿੱਤਾ, ਮਹਾਰਨੀ ਉਹਨਾਂ ਨੂੰ ਉਚਾਰਨ ਕਿਵੇਂ ਕਰਨਾ। ਮੇਰੇ ਕੋਲ ਕਈ ਵਾਰੀ ਆਉਂਦੇ ਸੀ, ਬਾਬਾ ਜੀ ਬਾਣੀ ਸਿਖਾ ਦਿਓ। ਤੇ ਜਦੋਂ ਮੈਂ ਕਹਿੰਦਾ ਵੀ ਮਹਾਰਨੀ ਪੜ੍ਹਨੀ ਪੈਂਦੀ ਆ, ਤੇ ਇੱਥੋਂ ਭੱਜ ਜਾਂਦੇ ਸੀ। ਵੇਖੋ, ਜਿੰਨਾ ਚਿਰ ਤੁਸੀਂ ਨੀਂਹ ਨਹੀਂ ਨਾ ਪੱਕੀ ਰੱਖਦੇ, ਉਹਨਾਂ ਚਿਰ ਉੱਤੇ ਵੱਡੀਆਂ ਬਿਲਡਿੰਗਾਂ ਨਹੀਂ ਉਸਾਰੀਆਂ ਜਾਂਦੀਆਂ। ਤੇ ਜਿਹੜਾ ਤੁਸੀਂ ਸਕੂਲਾਂ 'ਚ ਈੜੀ, ਇਹ ਗੱਲਾਂ ਇੱਥੇ ਨਹੀਂ ਚੱਲਣੀਆਂ। ਇੱਥੇ ਉਚਾਰਨ ਕਰਨਾ ਆ ਓ ਏ ਈ ਸਾ ਸੇ ਸੀ। ਇੱਥੇ ਸੱਸਾ ਨਹੀਂ ਬੋਲਿਆ ਜਾਣਾ, ਇੱਥੇ ਸਾਹ ਬੋਲਣਾ। ਇੱਥੇ ਕੱਕਾ ਨਹੀਂ ਬੋਲਦੇ, ਕੱਕਾ ਨਹੀਂ, ਕਾ ਕੇ ਕੀ ਕੋ ਕੀ। ਇੱਥੇ ਆਵਾਜ਼ਾਂ ਕੱਢਣੀਆਂ ਪੈਣੀਆਂ, ਫੇਰ ਗੁਰਬਾਣੀ ਦਾ ਸੁੱਧ ਉਚਾਰਨ ਕਰਨਾ ਹੋਣਾ। ਤੇ ਜਿਹੜਾ ਮਾਰਨੀ ਸੁੱਧ ਉਚਾਰਨ ਕਰ ਗਿਆ ਨਾ, ਉਹਦੀ ਨੀਂਹ ਪੱਕੀ ਹੋ ਗਈ, ਫਿਰ ਉਹ ਸੁੱਧ ਬਾਣੀ ਪੜ੍ਹ ਲੂ। ਉਹ ਫਿਰ ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਨੇ ਕਾਰਜ ਖਡੂਰ ਸਾਹਿਬ ਦੀ ਧਰਤੀ ਤੇ ਕੀਤਾ।
ਤੇ ਹੁਣ ਕਹਿ ਕੇ ਇੱਕ ਗੱਲ ਮੈਂ ਸਮਾਪਤੀ ਕਰਾਂ ਵੀ ਉੱਥੇ ਇੱਕ ਗੁਰਦੁਆਰਾ ਮੱਲ ਖਾੜਾ ਸਾਹਿਬ ਵੀ ਹੈਗਾ, ਖਡੂਰ ਸਾਹਿਬ, ਵੀ ਗੁਰੂ ਅੰਗਦ ਸਾਹਿਬ ਬੱਚਿਆਂ ਨੂੰ ਜਿਹੜੇ ਨੂੰ ਨਹੀਂ ਇਕੱਠਿਆਂ ਕਰਦੇ। ਇਹ ਸਾਡੇ ਧਰਮ ਦੇ ਅੰਦਰ ਬੜੀਆਂ ਕੁਰੀਤੀਆਂ ਆ ਗਈਆਂ, ਧਰਮ ਦੇ ਨਾਂ ਤੇ ਪੈਸਾ ਇਕੱਠਾ ਕਰਕੇ ਕਰਾਉਣ ਲੱਗ ਪਏ। ਤੁਹਾਡਾ ਖਤਮ ਹੋ ਗਿਆ ਤੇ ਘੋਲ ਕਬੱਡੀਆਂ ਤੁਹਾਡੀਆਂ ਕਿਸ ਅਰਥ ਰਹਿ ਗਈਆਂ? ਇਹ ਗੁਰੂ ਅੰਗਦ ਸਾਹਿਬ ਕਰਾਉਂਦੇ ਸੀ। ਉਹ ਗੁਰੂ ਅੰਗਦ ਸਾਹਿਬ ਨੇ ਕੋਈ ਘੋਲ ਕਬੱਡੀਆਂ ਨਹੀਂ ਕਰਾਈਆਂ। ਤੇ ਉੱਥੇ ਗੁਰਦੁਆਰਾ ਮੱਲ ਖਾੜਾ, ਉਹ ਕੀ ਫਿਰ ਹੋਇਆ? ਉਹ ਕੀ ਸੀ ਵੀ ਜਿਹੜੇ ਬੱਚੇ ਗੁਰੂ ਅੰਗਦ ਸਾਹਿਬ ਦੇ ਕੋਲ ਪੜ੍ਹਦੇ ਸੀ ਜਾਂ ਜਿਨ੍ਹਾਂ ਨੂੰ ਭਾਈ ਬੂਲਾ ਪੜ੍ਹਾਉਂਦਾ ਸੀ, ਉਹ ਜਦੋਂ ਥੱਕ ਜਾਂਦੇ ਸੀ ਫਿਰ ਬੱਚੇ ਉੱਥੇ ਕਸਰਤ ਕਰਦੇ ਹੁੰਦੇ ਸੀ। ਖਾੜੇ ਨਹੀਂ ਗੁਰੂ ਅੰਗਦ ਸਾਹਿਬ ਨੇ ਲਾਏ, ਤੇ ਉੱਥੇ ਗੁਰਦੁਆਰਾ ਹੀ ਪਾਤਾ ਮੱਲ ਖਾੜਾ। ਤੇ ਜੇ ਉੱਥੇ ਬੱਚੇ ਕੁਛ ਕਸਰਤ ਕਰਦੇ ਤੇ ਉਹ ਜਗ੍ਹਾ ਉੱਦਾਂ ਹੀ ਰਹਿਣ ਦਿੰਦੇ, ਗੁਰਦੁਆਰਾ ਪਾਉਣ ਦੀ ਕੀ ਲੋੜ ਪੈ ਗਈ ਸੀ? ਖਾੜਾ ਬਣਾ ਖਤਮ ਕਰਤਾ ਤੇ ਗੁਰਦੁਆਰਾ ਪਾਤਾ। ਤੇ ਮਜ਼ਾ ਤਾਂ ਹੀ ਉੱਥੇ ਖਾੜਾ ਰਹਿੰਦਾ, ਖਾੜਾ ਤਾਂ ਰਿਹਾ ਹੀ ਨਹੀਂ, ਗੁਰਦੁਆਰਾ ਪਾਤਾ। ਨਹੀਂ ਭਾਈ, ਗੁਰੂ ਅੰਗਦ ਸਾਹਿਬ ਨੇ ਤਾਂ ਕੋਈ ਲੰਮੀ ਬਾਣੀ ਨਹੀਂ ਉਚਾਰਨ ਕੀਤੀ, ਉਹ ਤੇ ਆਪਣੇ ਅੰਦਰ ਹੀ ਵੜੇ ਰਹਿੰਦੇ ਸੀ, ਜੁੜੇ ਰਹਿੰਦੇ ਸੀ। ਉਹਨਾਂ ਨੇ ਭਲਵਾਨਾਂ ਦੇ ਖਾੜੇ ਕਿੱਥੋਂ ਲਾ ਲਏ? ਨਹੀਂ, ਉਹ ਸਿਰਫ ਉਹ ਜਿਹੜੇ ਬੱਚੇ ਬੈਠੇ ਬੈਠੇ ਚੌਂਕੜੇ ਮਾਰ ਕੇ ਥੱਕ ਜਾਂਦੇ ਸੀ, ਜਿਨ੍ਹਾਂ ਨੂੰ ਗੁਰੂ ਅੰਗਦ ਸਾਹਿਬ ਦੇ ਬਾਣੀ ਪੜ੍ਹਾਉਂਦੇ ਸੀ, ਲਿਖਾਉਂਦੇ ਸੀ, ਤੇ ਉਹ ਥੱਕ ਜਾਂਦੇ, ਉਹ ਬੱਚੇ ਫਿਰ ਕਸਰਤ ਕਰਦੇ ਹੁੰਦੇ ਸੀ। ਉਹ ਜਗ੍ਹਾ ਦਾ ਨਾਂ ਸੀ ਰੱਖਿਆ ਗਿਆ ਇਹ ਮੱਲਾਂ ਦਾ ਖਾੜਾ, ਭਲਵਾਨਾਂ ਦਾ ਖਾੜਾ। ਤੇ ਮਹਾਰਾਜ ਕਿਰਪਾ ਕਰਨ, ਸਾਡੇ ਘਰ ਧਰਮ ਦੇ ਅੰਦਰ ਬੜੀਆਂ ਕੁਰੀਤੀਆਂ ਨੇ। ਧਰਮ ਦੇ ਨਾਂ ਤੇ ਪੈਸਾ ਇਕੱਠਾ ਕਰਕੇ ਆਹ ਖਾਲਸਾ ਏਡ ਵਾਲੇ ਉਹ ਇਰਾਕ ਚਲ ਜਾਂਦੇ, ਸੀਰੀਆ ਚਲ ਜਾਂਦੇ। ਦੱਸੋ ਤੁਹਾਡਾ ਉੱਥੇ ਕੀ ਭਾਈ? ਕੋਈ ਧਰਮ ਦੇ ਨਾਂ ਤੇ ਪੈਸਾ ਇਕੱਠਾ ਕਰਕੇ ਕਬੱਡੀਆਂ ਕਰਾ ਲੈਂਦਾ, ਘੋਲ ਕਬੱਡੀਆਂ ਕਰਾਉਣੀਆਂ ਜੀ। ਉਹ ਸਿੱਖ ਤੇ ਬਣੋ, ਘੋਲ ਕਬੱਡੀਆਂ ਤੁਹਾਂ ਕੀ ਲੈਣਾ? ਕਿਧਰ ਨੂੰ ਤੁਰ ਗਈ ਕੌਮ ਸਾਡੀ? ਗੁਰੂਆਂ ਨੇ ਲੰਗਰ ਲਾਏ ਸੀ ਜੀ, ਕਿੱਥੇ ਲਾਏ ਸੀ ਗੁਰੂਆਂ ਨੇ ਲੰਗਰ? ਇਹ ਗੁਰੂ ਨਾਨਕ ਸਾਹਿਬ ਨੇ ਲਾਇਆ ਸੀ। ਉਹ ਕਿੱਥੇ ਲਾਇਆ ਸੀ? ਉਹ ਭੁੱਖੇ ਸਾਧੂਆਂ ਨੂੰ ਜੰਗਲ ਚ ਆ ਵਿਹਲੜਾਂ ਨੂੰ ਸੜਕਾਂ ਤੇ ਨਹੀਂ ਖਵਾਇਆ। ਸਾਹਿਬ ਨੇ ਜਿਹੜਾ ਲੰਗਰ ਲਾਇਆ ਸੀ ਤੇ ਉਹਨਾਂ ਨੂੰ ਪੁੱਛਿਆ, ਬਾਬਾ ਜੀ ਕਿੰਨੇ ਦਿਨ ਹੋ ਗਏ ਰੋਟੀ ਖਾਦਿਆਂ ਨੂੰ? ਆਖਿਆ 6 ਸਾਲ ਹੋ ਗਿਆ, ਰੋਟੀ ਵੇਖੀ ਨਹੀਂ ਐ ਅਸੀਂ। ਕਈ ਸਾਲ ਹੋ ਗਏ ਰੋਟੀ ਵੇਖੀ ਨਹੀਂ ਆ, ਤੇ ਸੁੱਕ ਕੇ ਤੀਲੇ ਵਰਗੇ ਹੋ ਗਏ। ਤੇ ਸਾਹਿਬ ਕਹਿਣ ਲੱਗੇ, ਮਰਦਾਨਾ ਜੇ ਰੱਬ ਦੇ ਪਿਆਰੇ ਹੀ ਲੰਗਰ ਤੋਂ ਬਿਨਾਂ ਭੁੱਖੇ ਮਰ ਗਏ ਤੇ ਸਾਡੇ ਜੇਬ 'ਚ ਪਿਆ ਹੋਇਆ ਧਨ ਕਿਸ ਕੰਮ ਵਾ? ਸਾਧੂਆਂ ਨੂੰ ਖਵਾਇਆ ਸੀ, ਵਿਹਲੜਾਂ ਨੂੰ ਨਹੀਂ ਖਵਾਇਆ, ਸੜਕਾਂ ਤੇ ਬੈਠਿਆਂ ਨੂੰ। ਕੋਈ ਦਾਨ ਦੀ ਕੋਈ ਮਰਜ਼ਾਦਾ ਹੁੰਦੀ ਆ ਭਾਈ। ਤੇ ਇਸ ਤਰ੍ਹਾਂ ਨਾ ਅਸੀਂ ਕਰੀਏ, ਧਰਮ ਨੂੰ ਨਾ ਗਲਤ ਵਰਤੋਂ 'ਚ ਲਿਆਈਏ ਭਾਈ। ਨਾ ਤੇ ਧਰਮ ਸਾਨੂੰ ਕੋਈ ਮਰਨ ਬਾਰੇ ਕਹਿੰਦਾ ਜੇ, ਨਾ ਤੇ ਨਾ ਕੋਈ ਲੋੜ ਜੇ ਮਰਨ ਮੁਰਨ ਦੀ। ਹੁਣ ਸਿਰਫ ਸਿਮਰਨ ਕਰੋ, ਆਪਣੇ ਧਰਮ ਦਾ ਪ੍ਰਚਾਰ ਕਰੋ। ਕੋਈ ਲੋੜ ਨਹੀਂ ਜੇ ਹੁਣ ਸ਼ਹੀਦੀਆਂ ਸ਼ਾਦੀਆਂ ਪਾਉਣ ਦੀ, ਨਾ ਕੋਈ ਜ਼ਮਾਨਾ ਜੇ ਹੁਣ। ਤੇ ਛੱਡੋ ਇਹਨਾਂ ਗੱਲਾਂ ਨੂੰ, ਜੋ ਹੋ ਗਿਆ ਠੀਕ ਹੋ ਗਿਆ ਭਾਈ। ਤੇ ਇਹਨਾਂ ਗੱਲਾਂ ਨੂੰ ਉਛਾਲੇ ਨਾ ਦਿਓ। ਹੁਣ ਗੁਰੂ 6ਵੇਂ ਪਾਤਸ਼ਾਹ ਨੇ ਜਦੋਂ 7ਵੇਂ ਪਾਤਸ਼ਾਹ ਨੂੰ ਗੁਰਿਆਈ ਬਖਸ਼ੀ ਨਾ, ਤੇ ਨਾਲ ਗੱਲ ਕਹਿਤੀ ਵੀ ਹੁਣ ਤਲਵਾਰ ਨਹੀਂ ਚੁੱਕਣੀ, ਤੇਗ ਨਹੀਂ ਕੱਢਣੀ ਬਾਹਰ, ਮਿਆਨ ਚੋਂ ਤੇਗ ਨਹੀਂ ਨਿਕਲਣੀ ਚਾਹੀਦੀ ਤੁਹਾਡੇ। ਕੁਛ ਗੱਲਾਂ ਹੁੰਦੀਆਂ ਭਾਈ ਸਿਆਣੀਆਂ, ਸਿਆਣਪ ਵਰਤੋ। ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਆਉਣ ਵਾਲੇ ਸਮੇਂ 'ਚ ਫਿਰ ਕਿੰਨਾ ਗੁਰਸਿੱਖਾਂ 'ਤੇ ਬਖਸ਼ਾਂ ਹੋਈਆਂ, ਉਹ ਆਪਾਂ ਵਿਚਾਰਾਂ ਕਰਾਂਗੇ। ਕਿਸ ਤਰ੍ਹਾਂ ਮਹਾਜੂ ਜਿਹੜਾ ਉਹ ਬਾਦਸ਼ਾਹ ਆਣ ਕੇ ਗੁਰੂ ਅੰਗਦ ਸਾਹਿਬ 'ਤੇ ਤੇਗ ਚੁੱਕਦਾ, ਤੇ ਮਹਾਰਾਜ ਨੇ ਆਖਿਆ, ਓਏ ਇਹ ਤੇ ਸੂਰਮੇ ਮੈਦਾਨੇ ਜੰਗ ਵਿੱਚ ਕੱਢਦੇ ਹੁੰਦੇ ਤਲਵਾਰਾਂ, ਤੇ ਤੂੰ ਇੱਥੇ ਆਣ ਕੇ ਫਕਰਾਂ ਉੱਤੇ ਕੱਢ ਕੇ ਬਹਿ ਗਿਆ। ਇਸ ਦੀਆਂ ਘਟਨਾ ਖਡੂਰ ਸਾਹਿਬ ਜਿਹੜੀਆਂ ਹੋਈਆਂ, ਉਹ ਫਿਰ ਆਉਣ ਵਾਲੇ ਸਮੇਂ 'ਚ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ। ਮਹਾਰਾਜ ਕਿਰਪਾ ਕਰਨ, ਪੰਥ ਕੌਮ ਦੀ ਚੜ੍ਹਦੀ ਕਲਾ ਹੋਵੇ, ਅਸੀਂ ਪਿਆਰ ਵੰਡੀਏ ਭਾਈ। ਹੁਣ ਜ਼ਮਾਨਾ ਨਹੀਂ ਵੰਡਣ ਦਾ। ਤੇ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ। ਇਹਨਾਂ ਕਹਿੰਦਾ ਦਾਸ ਸੱਚਕਾ। ਅਗਲਾ ਸਾਡਾ ਜਿਹੜਾ ਵਿਸ਼ਾ ਹੋਊਗਾ ਉਹ ਇਹ ਹੋਊਗਾ ਵੀ ਕਿਸੇ ਨੇ ਆਣ ਕੇ, ਪੰਡਤਾਂ ਨੇ ਆਣ ਕੇ ਆਖਿਆ ਗੁਰੂ ਅੰਗਦ ਸਾਹਿਬ ਜੀ ਨੂੰ ਵੀ ਤੁਸਾਂ ਅੱਗੇ 4 ਵੇਦ ਸ਼ਾਸਤਰ ਹੈਗੇ ਨੇ, ਤੇ ਤੁਸਾਂ ਬਾਣੀ ਕਿਉਂ ਲਿਖਾ ਰਹੇ ਹੋ ਬੱਚਿਆਂ ਨੂੰ, ਬਾਣੀ ਕਿਉਂ ਪੜ੍ਹਾ ਰਹੇ ਹੋ? ਇਹ ਤੇ ਪਹਿਲਾਂ ਹੀ ਗ੍ਰੰਥ ਸਾਡੇ ਕੋਲ ਬੜੇ ਨੇ, ਤੇ ਉਹ 4 ਵੇਦ ਨੇ, ਪੁਰਾਣ ਨੇ, 27 ਸਿਮਰਤੀਆਂ ਨੇ, 108 ਉਪਨਿਸ਼ਦਾਂ ਨੇ, ਉਹ ਬੱਚਿਆਂ ਨੂੰ ਪੜ੍ਹਾਓ। ਉਹ ਫਿਰ ਕਿਵੇਂ ਗੁਰੂ ਅੰਗਦ ਸਾਹਿਬ ਨੇ ਸਮਝਾਇਆ ਵੀ ਉਹਨਾਂ ਨੂੰ ਅਸੀਂ ਕਿਉਂ ਨਹੀਂ ਪੜ੍ਹਾਉਂਦੇ? ਅਸੀਂ ਆਪਣੀ ਇੱਕ ਲਿਪੀ ਕਿਉਂ ਤਿਆਰ ਕੀਤੀ ਆ, ਗੁਰਮੁਖੀ ਲਿਪੀ ਜਿਹਨੂੰ ਕਹਿੰਦੇ ਆ, ਇਹ ਅਸੀਂ ਬੱਚਿਆਂ ਨੂੰ ਕਿਉਂ ਪੜ੍ਹਾ ਰਹੇ ਹਾਂ?
ਇਹ ਸਾਰੀਆਂ ਗੱਲਾਂ ਉਹਨਾਂ ਜੀਵਨ 'ਚ ਆਪਾਂ ਅਗਲੇ ਵਾਰੀ ਸਾਂਝੀਆਂ ਕਰਾਂਗੇ। ਬੁੱਧਵਾਰ ਦੇ ਬੁੱਧਵਾਰ ਅਸੀਂ ਸਮਾਂ ਰੱਖਿਆ ਪੰਥ ਕੌਮ ਦੀ ਚੜ੍ਹਦੀ ਕਲਾ, ਧੜੇਬੰਦੀਆਂ ਨੂੰ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਜਿੰਨੇ ਧੜੇ ਵੱਧਦੇ ਜਾਣਗੇ ਕੌਮ ਥੱਲੇ ਜਾਊਗੀ। ਦੋ ਕੁ ਬੰਦੇ ਉੱਠਦੇ, ਇਹ ਜੀ ਆਹ ਦਲ ਸਾਂਝਾ ਦਲ ਬਣਾਇਆ ਜੀ, ਇੱਕ ਹੋਰ ਬਣਾ ਲਿਆ ਉਹਨੇ, ਉਹ ਵਡਾਲੇ ਨੇ ਵੀ ਨਾਮ ਹੈ ਸਦ ਭਾਵਨਾ ਦਲ। ਉਹ ਅੱਗੇ ਦਲ ਥੋੜੇ, ਤੂੰ ਹੋਰ ਦਲ ਬਣਾ ਕੇ, ਇਹ ਦਲ ਸਾਰੇ ਇਕੱਠੇ ਹੋ ਜਾਓ ਜੇ ਕੌਮ ਦਾ ਭਲਾ ਚਾਹੁੰਦੇ ਹੋ। ਤੇ ਤੁਹਾਡੇ ਦਲਾਂ ਨੇ ਕੁਛ ਨਹੀਂ ਕਰਨਾ, ਅਜੇ ਤੱਕ ਨਹੀਂ ਕੀਤਾ। 40 ਸਾਲ ਹੋ ਗਏ, ਬੰਦਾ ਵੀ ਮਰਵਾ ਲਿਆ, ਕੁਛ ਨਹੀਂ ਹੋਇਆ ਦਲਾਂ ਦੇ ਵਿੱਚ ਜਾ ਕੇ, ਤੇ ਹੋਣਾ ਵੀ ਨਹੀਂ ਆ। ਇਹ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾ। ਜਿੰਨਾ ਚਿਰ ਤੁਸੀਂ ਨਹੀਂ ਸਾਰੇ ਇਕੱਠੇ ਹੋ ਕੇ ਬਹਿੰਦੇ, ਹਜ਼ਾਰਾਂ ਹੀ ਦਲ ਬਣਾ ਲਓ, ਕੱਖ ਵੀ ਨਹੀਂ ਹੋਣਾ। ਹੋਇਆ ਵੀ ਨਹੀਂ ਹੈ ਤੇ ਨਾ ਹੋਣਾ। ਮਾਰਸ ਮਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।